ਇਤੇ ਕੁੱਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਧਾਈ। ਇਹ ਸ਼ਬਦ ਦੀ ਰਹਾਉ ਦੀ ਤੁਕ ਸੀ, ਤੇਰੇ ਗੁਣ ਗਾਵਾਂ ਦੇ ਬਜਾਈ, ਜੈਸੇ ਸੱਚ ਮੈਂ ਰਹੂ ਰਜਾਈ। ऐसी कृपा करो, ऐसी सूझ-बूझ बख्शो, ऐसी समत बख्शो कि मैं अठों पैर नाम दे विच जुड़िया रवां और इस नाम दी बरकत दे नाल मैं हे अकाल पुरख तुहाडी रज़ा दे विच रवां। सो ये लास्ट ਜਿਹੜੀਆਂ ਇਹਦੀਆਂ ਤੁਕਾਂ ਸਨ, ਇਤੇ ਕੁੱਕਰ ਹੋਂ ਬੇਗਾਨਾ। ਆਪਾਂ ਇਹਨੂੰ ਬੜਾ ਲੇਮੈਨ ਲੈਂਗੁਏਜ 'ਚ ਐਕਸਪਲੇਨ ਕੀਤਾ ਸੀ ਕਿ ਬੇਗਾਨਾ ਕੌਣ ਹੁੰਦਾ, ਲੇਕਿਨ ਇੱਥੇ ਹੋਰ ਗੁਰੂ ਪਾਤਸ਼ਾਹ ਲਾਈਟ ਬਖਸ਼ਦੇ ਨੇ। ਗਰੀਬੀ ਦੀ ਜਿਹੜੀ ਮੈਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਗਰੀਬੀ ਦੀ ਅੱਤ ਹੋ ਜਾਂਦੀ ਹੈ। ਬਾਬਾ ਨਾਨਕ ਇੰਨਾ ਗਰੀਬ ਔਰ ਇੰਨਾ ਨਿਮਰ ਚਲੇ ਜਾਂਦੇ ਹੈ। ਬੇਗਾਨੇ ਦਾ ਮਤਲਬ ਵੀ ਮੈਂ ਦੱਸਿਆ ਸੀ, ਔਰ ਇਹਨੂੰ ਜੇ ਹੋਰ ਆਪਾਂ ਥੋੜਾ ਡੀਪ ਕਰੀਏ, ਇਤੇ ਕੁੱਕਰ ਵੀ ਤੇਰੇ ਸੇਵਾਦਾਰ ਬਹੁਤ ਨੇ, ਤੇਰੇ ਦਰ ਦੇ ਕੁੱਕਰ ਬਹੁਤ ਨੇ, ਜਿਨ੍ਹਾਂ ਨੂੰ ਕੋਈ ਟਾਈਟਲ ਮਿਲਿਆ, ਜਿਨ੍ਹਾਂ ਨੂੰ ਤੇਰੇ ਦਰ ਦਾ ਕੁੱਤਾ ਸਮਝਣ ਦਾ ਜਾਂ ਕਹਿਣ ਦਾ ਸੁਭਾਗ ਪ੍ਰਾਪਤ ਹੈ। ਗਰੀਬੀ ਹੈ, ਨਿਮਰਤਾ। ਪਰ ਕਹਿੰਦੇ ਹੋਂ ਬੇਗਾਨਾ, ਕਹਿੰਦੇ ਮੈਨੂੰ ਤੇ ਇਹ ਸੁਭਾਗ ਵੀ ਪ੍ਰਾਪਤ ਨਹੀਂ ਹੈ, ਮੈਨੂੰ ਤੇ ਇਹ ਟਾਈਟਲ ਵੀ ਨਹੀਂ ਮਿਲਿਆ, ਮੈਨੂੰ ਕੁੱਤੇ ਦਾ ਟਾਈਟਲ ਵੀ ਨਹੀਂ ਮਿਲਿਆ, ਮੈਨੂੰ ਕੁੱਕਰ ਦਾ ਟਾਈਟਲ ਵੀ ਨਹੀਂ ਮਿਲਿਆ। ਪਰ ਕਹਿੰਦੇ ਕਰ ਕੀ ਮੈਂ ਰਿਹਾ, ਭੌਂਕਾਂ ਇਸ ਤਨ ਤਾਈ। ਮੈਂ ਤੇਰੀ ਰਜ਼ਾ ਦੇ ਵਿੱਚ ਤੇਰੇ ਗੁਣ ਗਾ ਰਿਹਾ। ਭਗਤਹੀਨ, ਭਗਤੀ ਤੋਂ ਹੀਨ ਨਾਨਕ ਜੇ ਹੋਏਗਾ, ਇੱਥੇ ਕੱਕੇ ਨੂੰ ਔਂਕੜ ਹੈ, ਆਪਣੇ ਆਪ ਨੂੰ ਕਹਿ ਰਹੇ। ਕਹਿੰਦੇ ਮੈਂ ਤੇ ਇਹਨਾਂ ਜਿਹਦੇ ਕੋਲ ਕੋਈ ਟਾਈਟਲ ਹੀ ਨਹੀਂ ਹੈ, ਗੁਰੂ ਘਰ ਦਾ ਕੁੱਕਰ ਖਵਾਉਣ ਦਾ ਟਾਈਟਲ ਵੀ ਨਹੀਂ ਹੈ, ਉਹ ਭਗਤਹੀਨ ਨਾਨਕ ਜੇ ਹੋਏਗਾ ਖਸਮੈ। ਨਾਨਕ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਸੋ ਇਹ ਇੰਨੀ ਕੁ ਗੱਲ ਜਿਹੜੀ ਹੈ ਬੇਗਾਨੇ ਦਾ ਮਤਲਬ ਹੋਰ ਆਪਾਂ ਕਲੀਅਰ ਅੱਜ ਕਰ ਲਿਆ ਕਿ ਜਿਹਨੂੰ ਕੋਈ ਟਾਈਟਲ ਨਾ ਮਿਲਿਆ ਹੋਵੇ। ਲਾਸਟ ਟਾਈਮ ਵਿਚਾਰ ਆਈ ਸੀ ਕਿ ਆਪਾਂ ਜਿਹੜਾ ਲਾਵਾਂ ਦਾ ਬਾਣੀ ਹੈ, ਲਾਵਾਂ ਦਾ ਜਿਹੜਾ ਪਾਠ ਹੈ, ਆਪਾਂ ਉਹਦੀ ਵਿਚਾਰ ਸ਼ੁਰੂ ਕਰਨੀ ਹੈ। ਲੇਕਿਨ ਉਹਦੇ ਵਾਸਤੇ ਸਾਨੂੰ ਗੁਰੂ ਰਾਮਦਾਸ ਸਾਹਿਬ ਦੀ ਪਹਿਲਾਂ ਬਾਣੀ ਥੋੜੀ ਜਿਹੀ ਵਿਚਾਰਨੀ ਪਏਗੀ। ਉਹ ਕਿਉਂ? ਉਹ ਇਸ ਵਾਸਤੇ ਕਿ ਆਪਾਂ ਹਲੇ ਨਾਮ ਜਪਣ ਦੀ ਗੱਲ ਕਰ ਰਹੇ ਹਾਂ। ਬੜੀ ਇਨੀਸ਼ੀਅਲ ਸਟੇਜ ਹੈ, ਬੜਾ ਸਟਾਰਟਿੰਗ ਲੈਵਲ ਹੈ ਸਾਡਾ। ਔਰ ਇਹ ਜਿਹੜੀਆਂ ਲਾਵਾਂ ਨੇ, ਇਹ ਪਰਮਾਤਮਾ ਦਾ ਤੇ ਆਤਮਾ ਦਾ ਮੇਲ ਹੈ, ਸੁਮੇਲ ਹੈ। ਜੇ ਲੇਮੈਨ ਲੈਂਗੁਏਜ 'ਚ ਇਹਨੂੰ ਆਪਾਂ ਵਿਚਾਰ ਲਈਏ, ਕਹਿ ਲਈਏ ਕਿ ਦੋ ਪਰਿਵਾਰਾਂ ਦੀ ਬੱਚਾ ਬੱਚੀ ਦੀ ਆਪਸ 'ਚ ਗੱਲਬਾਤ ਸ਼ੁਰੂ ਹੁੰਦੀ ਹੈ। ਧੀ ਰਾਣੀ ਔਰ ਬੇਟਾ ਇੱਕ ਦੂਜੇ ਨੂੰ ਪਸੰਦ ਕਰਨਾ ਸ਼ੁਰੂ ਕਰਦੇ, ਉਹਨਾਂ ਦੇ ਰਿਸ਼ਤੇ ਦੀ ਗੱਲਬਾਤ ਸ਼ੁਰੂ ਹੁੰਦੀ ਹੈ। ਉਹਨਾਂ ਦੇ ਵਿਚਾਰ ਆਪਸ 'ਚ ਮਿਲਦੇ ਨੇ, ਉਹਨਾਂ ਦੀ ਰਹਿਣੀ ਬਹਿਣੀ ਉੱਠਣੀ ਆਪਸ 'ਚ ਮੇਲ ਖਾਂਦੀ ਹੈ, ਤਾਂ ਫਿਰ ਉਹ ਦੋਨੇ ਪਰਿਵਾਰ ਬੱਚਾ ਬੱਚੀ ਆਪਸ 'ਚ ਰਾਜ਼ੀ ਹੁੰਦੇ ਹੈ ਵਿਆਹ ਕਰਨ ਵਾਸਤੇ। ਸੋ ਇਹ ਸਾਡੀ ਤੇ ਬੜੀ ਅਜੇ ਇਨੀਸ਼ੀਅਲ ਸਟੇਜ ਹੈ। ਸੋ ਆਪਾਂ ਪਹਿਲਾਂ ਸਤਿਗੁਰ ਦੇ ਨਾਲ ਆਪਣੇ ਜਿਹੜੇ ਹੈ
ਆਪਣੀਆਂ ਜਿਹੜੀਆਂ ਵਿਸ਼ੇਸ਼ਤਾਈਆਂ, ਆਪਣੇ ਕਰੈਕਟਰਿਸਟਿਕਸ ਨੇ, ਉਹ ਸਤਿਗੁਰ ਦੇ ਨਾਲ ਮਿਲਾਉਣੇ ਨੇ। ਲਾਵਾਂ ਦਾ ਜਿਹੜਾ ਪਾਠ ਹੈ ਉਹ ਬਿਲਕੁਲ ਉਦੋਂ ਨੇ ਲਾਵਾਂ ਜਦੋਂ ਇੱਕ ਦੂਜੇ ਦੇ ਨਾਲ ਹਰ ਚੀਜ਼ ਮਿਲ ਜੇ, ਔਰ ਫਿਰ ਉਸ ਤੋਂ ਬਾਅਦ ਪਰਮਾਤਮਾ ਦਾ ਤੇ ਆਤਮਾ ਦਾ ਮੇਲ ਹੁੰਦਾ। ਬੜੀਆਂ ਅਗਾਂਹ ਦੀਆਂ ਗੱਲਾਂ ਨੇ, ਬੜੀ ਉੱਚੀ ਸਟੇਜ ਦੀਆਂ ਗੱਲਾਂ ਨੇ। ਸੋ ਮੈਂ ਇਹ ਬੇਨਤੀ ਕਰੂੰਗਾ ਕਿ ਮੈਂ ਸ਼ਬਦ ਲੱਭਾਂਗਾ ਗੁਰੂ ਰਾਮਦਾਸ ਪਾਤਸ਼ਾਹ ਦੇ ਤਕਰੀਬਨ ਸਾਰੇ ਸ਼ਬਦ ਜਿਹੜੇ ਹੋਣਗੇ, ਆਸਾ ਮਹੱਲਾ ਚੌਥਾ, ਜਿਵੇਂ ਮਹੱਲੇ ਚੌਥੇ ਦੇ ਸਾਰੇ ਸ਼ਬਦ ਹੋਣਗੇ। ਆਪਾਂ 4-5 ਸ਼ਬਦ ਵਿਚਾਰਾਂਗੇ ਪੂਰੀ ਡਿਟੇਲ ਦੇ ਵਿੱਚ, ਉਸ ਤੋਂ ਬਾਅਦ ਆਪਾਂ ਲਾਵਾਂ ਦੇ ਪਾਠ ਉੱਤੇ ਜਾਵਾਂਗੇ। ਔਰ ਬੜੇ ਆਪਾਂ ਹਿਰਦਾ ਵਿਸ਼ਾਲ ਰੱਖ ਕੇ ਆਪਾਂ ਨੂੰ ਉਹ ਚੀਜ਼ ਸੁਣਨੀ ਪੈਣੀ ਹੈ, ਤਾਂ ਕਿਤੇ ਜਾ ਕੇ ਉਹ ਗੱਲ ਆਪਣੇ ਜਿਹੜੀ ਹੈ ਟਿਕਾਣੇ ਸਿਰ ਆਏਗੀ। ਸੋ ਆਓ ਆਪਾਂ ਫਤਿਹ ਦੀ ਸਾਂਝ ਪਾਈਏ। ਜਿੱਥੇ ਜਿੱਥੇ ਬੈਠੇ ਹੋ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਆਪਾਂ ਅੱਜ ਦੀ ਸ਼ਬਦ ਵਿਚਾਰ ਸ਼ੁਰੂ ਕਰਾਂਗੇ। ਆਸਾ ਮਹੱਲਾ ਚੌਥਾ। ਇਹ ਸ਼ਬਦ ਦੀ ਰਹਾਉ ਦੀ ਤੁਕ ਹੈ। ਮੇਰਾ ਮਨ ਐਸੀ ਭਗਤੇ ਤੱਤੇ ਨੂੰ ਸਿਆਰੀ ਬਨ ਆਈ। ਜਿੱਥੇ ਵੀ ਪਹਿਲੀ ਗੱਲ ਹੈ ਕਿ ਮੇਰਾ, ਜਿੱਥੇ ਦੋ ਲਾਵਾਂ ਹੋਣਗੀਆਂ, ਆ ਦੋ ਲਾਵਾਂ ਜਿਹੜੀਆਂ ਨਜ਼ਰ ਆ ਰਹੀਆਂ, ਰਹਿ ਮੇਰਾ, ਜਿੱਥੇ ਦੋ ਲਾਵਾਂ ਹੋਣਗੀਆਂ ਉੱਥੇ ਅੰਦਰ ਦੀ ਗੱਲ ਹੋਏਗੀ, ਬਾਹਰ ਦੀ ਗੱਲ ਨਹੀਂ ਹੈ। ਅੰਦਰ ਮਨ, ਕਿਉਂਕਿ ਸਾਡਾ ਅੰਦਰ ਹੈ। ਇਹ ਚੀਜ਼ਾਂ ਆਪਾਂ ਬੜੀ ਸਲੋਲੀ ਖੋਲਦੇ ਜਾਵਾਂਗੇ। ਜਿੱਥੇ ਵੀ ਦੋ ਲਾਵਾਂ ਆਉਣਗੀਆਂ, ਮੇਰਾ ਘਰ, ਉਹਦਾ ਮਤਲਬ ਮੇਰੇ ਅੰਦਰ ਦੀ ਗੱਲ, ਮੇਰੇ ਐਸ ਸਰੀਰ ਦੇ ਅੰਦਰ ਦੀ ਗੱਲ ਹੈ। ਸੋ ਇੱਥੇ ਹੈ ਮੇਰਾ ਮਾਨੇ, ਨੰਨੇ ਨੂੰ ਸਿਹਾਰੀ, ਮੇਰੇ ਮਨ ਦੇ ਅੰਦਰ ਐਸੀ ਭਗਤੇ ਤੱਤੇ ਨੂੰ ਸਿਹਾਰੀ, ਐਸੀ ਭਗਤ ਜਿਹੜੀ ਹੈ ਮੇਰੇ ਮਨ ਦੇ ਅੰਦਰ ਉਪਜ ਆਈ ਹੈ। ਤੱਤੇ ਨੂੰ ਸਿਹਾਰੀ ਕੀ ਦਰਸਾਉਂਦੀ ਹੈ? ਹੋਰ ਉਸ ਭਗਤੀ ਦੇ ਨਾਲ ਬਨ ਆਈ, ਕਿ ਮੇਰੀ ਪਰਮਾਤਮਾ ਦੇ ਨਾਲ ਬਣਨੀ ਸ਼ੁਰੂ ਹੋ ਗਈ ਹੈ। ਆਪਾਂ ਕਹਿੰਦੇ ਨਹੀਂ ਮੇਰੀ ਉਹਦੇ ਨਾਲ ਬਣਦੀ ਨਹੀਂ ਹੈ। ਉਹ ਤਾਂ ਨਹੀਂ ਬਣਦੀ ਕਿਉਂਕਿ ਸਾਡੇ ਵਿਚਾਰ ਨਹੀਂ ਸੁਮੇਲ ਖਾਂਦੇ, ਸਾਡੀਆਂ ਆਦਤਾਂ, ਹੈਬਿਟਸ ਸੁਮੇਲ ਨਹੀਂ ਖਾਂਦੀਆਂ, ਤਾਂ ਨਹੀਂ ਬਣਦੀ। ਸੋ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ, ਮੇਰਾ ਮਨ ਦੇ ਵਿੱਚ ਐਸੀ ਭਗਤ ਉਪਜੀ ਹੈ, ਔਰ ਉਸ ਭਗਤੀ ਦੇ ਨਾਲ ਮੇਰੀ ਉਸ ਅਕਾਲ ਪੁਰਖ ਦੇ ਨਾਲ ਬਣ ਆਈ ਹੈ। ਉਹਦੇ ਨਾਲ ਮੇਰੀ ਦੋਸਤੀ ਪੈ ਗਈ ਹੈ, ਮੇਰੀ ਬਣਨੀ ਸ਼ੁਰੂ ਹੋ ਗਈ ਹੈ, ਬਣ ਆਈ। ਕਿੱਦਾਂ? ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ। ਹੁਣ ਇੱਥੇ ਜੇ ਹਰ ਦਾ ਮਤਲਬ ਰੱਬ ਲਾ ਲਿਆ ਤੇ ਸਾਰੀ ਗੜਬੜ ਹੋ ਜਾਣੀ ਹੈ। ਅਸੀਂ ਸ਼ਬਦਾਂ ਦੇ ਵਿੱਚ ਲੱਭਦੇ ਆ ਰਹੇ ਹਾਂ ਕਿ ਸਾਡੀ ਜਿਹੜੀ ਪ੍ਰੀਤ ਪੈਣੀ ਹੈ ਉਹ ਸ਼ਬਦ ਨਾਲ ਪੈਣੀ। ਸ਼ਬਦ, ਸੱਸਾ ਬੱਬਾ ਦੱਦਾ ਤੇ ਦੱਦੇ ਨੂੰ ਔਂਕੜ। ਇਹ ਹੈ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਇਹ ਇੱਕ ਸ਼ਬਦ ਦੀ ਗੱਲ ਹੈ, ਕੇਵਲ ਤੇ ਕੇਵਲ ਇੱਕ ਸ਼ਬਦ। ਜਿਹੜੀ ਇਹਦੀ ਓਰੀਜਨਲ ਪ੍ਰੋਨਾਂਸੀਏਸ਼ਨ ਹੈ, ਇਹ ਵੀ ਗੁਰਮੁਖਾਂ ਨੇ ਸਾਂਝ ਪਾਈ ਹੈ। ਇਹ ਪ੍ਰੋਨਾਂਸੀਏਸ਼ਨ ਹੈ ਸ਼ਬਦ, ਸ਼ਬਦ ਸੱਸੇ ਦੇ ਨਾਲ, ਕਿਉਂਕਿ ਸੱਸੇ ਪੈਰ ਬਿੰਦੀ ਸ਼ਾ ਬੋਲੇ ਗੁਰਬਾਣੀ 'ਚ ਨਹੀਂ ਵਰਤਿਆ ਗਿਆ। ਗੁਰਬਾਣੀ 'ਚ ਸੱਸਾ ਹੀ ਵਰਤਿਆ ਗਿਆ। ਸੋ ਇਹਨੂੰ ਸ਼ਬਦ ਕਹਿਣਾ ਹੀ ਜ਼ਿਆਦਾ ਉਚਿਤ ਹੈ। ਸੋ ਰੱਬ ਦਾ ਤੇ ਸਾਨੂੰ ਪਤਾ ਨਹੀਂ, ਰੱਬ ਨੂੰ ਤੇ ਅਸੀਂ ਲੱਭਣਾ ਹੈ ਕਿਸੇ ਸ਼ਬਦ ਦੇ ਜਾਪ ਦੇ ਨਾਲ, ਕਿਸੇ ਸ਼ਬਦ ਦੀ
ਬਰਕਤ ਦੇ ਨਾਲ। ਔਰ ਇਹ ਆਪਾਂ ਜਿਹੜੇ ਸ਼ਬਦ ਪੜ੍ਹ ਰਹੇ ਹਾਂ, ਇਹ ਵੀ ਸ਼ਬਦ ਨੇ, ਇਹ ਵੀ ਸ਼ਬਦ ਨੇ। ਇਹ ਸ਼ਬਦ ਇੱਥੋਂ ਸ਼ੁਰੂ ਹੋ ਰਿਹਾ, ਆਸਾ ਮਹੱਲਾ ਚੌਥਾ, ਔਰ ਇਹ ਜਿੱਥੇ ਮੁੱਕ ਰਿਹਾ, ਇਹਨੂੰ ਵੀ ਇੱਕ ਸ਼ਬਦ ਕਹਿਣਾ। ਇਹ ਵੀ ਇੱਕ ਗੁਰਬਾਣੀ ਦਾ ਬ੍ਰਹਮ ਗਿਆਨ ਹੈ। ਔਰ ਇਹ ਜਿਹੜੇ ਸ਼ਬਦ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਨੂੰ ਹਰ ਕਿਹਾ ਇੱਥੇ, ਇਹ ਹੈ ਸੱਸਾ ਬੱਬਾ ਦੱਦੇ ਨੂੰ ਔਂਕੜ ਏਕ ਸ਼ਬਦ। ਹੋਂ ਹਰ ਬਿਨ ਖਿਨ ਪਲ ਰਹਿ ਨਾ ਸਕੋ, ਕਿ ਮੈਂ ਨਾਮ ਜਪਣ ਤੋਂ ਬਿਨਾ ਮੇਰੀ ਐਸੀ ਭਗਤੀ ਦੀ ਅਵਸਥਾ, ਐਸੀ ਮੇਰੀ ਅਕਾਲ ਪੁਰਖ ਦੇ ਨਾਲ ਬਣ ਆਈ ਹੈ। ਔਰ ਬਣਨ ਦੀ ਨਿਸ਼ਾਨੀ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿ ਮੈਂ ਉਸ ਸ਼ਬਦ ਤੋਂ ਬਿਨਾ ਇੱਕ ਖਿਨ ਪਲ ਰਹਿ ਨਹੀਂ ਸਕਦਾ। ਕਿਸ ਤਰ੍ਹਾਂ? ਜੈਸੇ ਜਲ ਬਿਨ ਮੀਨ ਮਰ ਜਾਈ। ਇਹ ਤਾਂ ਬਣੇਗੀ ਜਦੋਂ ਇੰਨਾ ਪਿਆਰ ਔਰ ਇੰਨੀ ਪ੍ਰੀਤ ਉਸ ਅਕਾਲ ਪੁਰਖ ਦੇ ਨਾਮ ਨਾਲ ਪੈ ਜਾਏਗੀ। ਮੱਛੀ ਦਾ ਤੇ ਸਾਰਿਆਂ ਨੂੰ ਪਤਾ, ਕਿਹਨੂੰ ਨਹੀਂ ਪਤਾ? ਇਹ ਕੋਈ ਬ੍ਰਹਮ ਗਿਆਨ ਦੀ ਗੱਲ ਥੋੜੀ ਹੈ ਕਿ ਮੱਛੀ ਜਿਹੜੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ। ਇਹ ਐਗਜ਼ਾਮਪਲ ਹੈ ਇੱਥੇ। ਇਸ ਤਰ੍ਹਾਂ ਕਹਿੰਦੇ ਮੇਰੀ ਅਵਸਥਾ ਇਸ ਤਰ੍ਹਾਂ ਹੈ, ਜੇ ਮੈਂ ਨਾਮ ਨਹੀਂ ਜਪਦਾ ਤੇ ਮੇਰੀ ਮੌਤ ਹੈ। ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ। ਤਿਉ ਹਰ ਬਿਨ ਹਮ ਮਰ ਜਾਤੀ। ਮੈਂ ਰਹਾਉ ਤੋਂ ਸ਼ੁਰੂ ਕਰਨ ਲੱਗਾ, ਥੋੜਾ ਜਿਹਾ ਡੀਪ ਐਕਸਪਲੇਨੇਸ਼ਨ ਹੋਣੀ ਹੈ, ਕਿਉਂਕਿ ਆਪਾਂ ਥੋੜੇ ਜਿਹੇ ਸ਼ਬਦ ਵਿਚਾਰ ਕੇ ਤੇ ਫਿਰ ਅੱਗੇ, ਜਿਸ ਤਰ੍ਹਾਂ ਸੰਗਤ ਚੋਂ ਪਿਛਲੀ ਵਾਰੀ ਹੁਕਮ ਹੋਇਆ ਸੀ ਕਿ ਆਪਾਂ ਲਾਵਾਂ ਦਾ ਪਾਠ ਵਿਚਾਰਨਾ, ਜ਼ਰੂਰ ਆਪਾਂ ਵਿਚਾਰਾਂਗੇ। ਸੋ ਸ਼ਬਦ ਹੈ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ। ਇਹ ਸ਼ਬਦ ਗੁਰੂ ਰਾਮਦਾਸ ਧਨਾਸਰੀ ਮਹੱਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੈ। ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ। ਹੁਣ ਇਹ ਕਿਤੇ ਕਿਸੇ ਤੋਂ ਲੁਕੀ ਛਿਪੀ ਗੱਲ ਹੈ? ਜਿਨ੍ਹਾਂ ਨੂੰ, ਜਿਹੜੇ ਡਰੱਗਸ ਐਡਿਕਟ ਹੁੰਦੇ ਨੇ, ਉਹ ਜਦੋਂ ਉਹਨਾਂ ਦਾ ਜਿਹੜਾ ਨਸ਼ਾ ਖਤਮ ਹੋ ਜਾਂਦਾ ਹੈ, ਉਹ ਉਸ ਤੋਂ ਬਾਅਦ ਜਿਹੜੇ ਬਿਲਕੁਲ ਜਿਨ੍ਹਾਂ ਨੇ ਨਸ਼ੇ ਦੀ ਇੰਤਹਾ ਕੀਤੀ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਟਮਕ ਦੇ ਵਿੱਚ ਐਸੀ ਪੇਨ ਉੱਠਦੀ ਹੈ, ਐਸੀ ਉਹਨਾਂ ਨੂੰ ਤਲਬ ਉੱਠਦੀ ਹੈ, ਉਹ ਤਕਰੀਬਨ ਚੀਕਾਂ ਮਾਰ ਮਾਰ ਕੇ ਉੱਚੀ ਉੱਚੀ ਆਪਣੇ ਉਹ ਦਰਦ ਦਾ, ਆਪਣੀ ਉਹ ਪੇਨ ਦਾ ਇਜ਼ਹਾਰ ਕਰਦੇ ਨੇ। ਹੁਣ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੈ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਰੱਤੀ ਭਰ ਵੀ ਨਹੀਂ। ਰੱਤੀ ਇਹ ਪਿਛਲੇ ਟਾਈਮ ਯੂਨਿਟਸ ਨੇ ਪੁਰਾਣੇ। ਹੁਣ ਇਹ ਕੀ ਹੈ? ਇਹ ਹੈ ਸ਼ਬਦ। ਹਰ ਬਿਨ, ਸ਼ਬਦ ਤੋਂ ਬਿਨ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਜਿਹਨੂੰ ਬਾਬੇ ਨਾਨਕ ਨੇ ਕਿਹਾ। ਹਰ ਬਿਨ ਅਵਰ ਕਿਰਿਆ ਬਿਰਥੇ। ਸੋ ਹਰ ਦਾ ਮਤਲਬ ਹਰ ਥਾਂ ਦੇ ਉੱਤੇ ਰੱਬ ਨਹੀਂ ਲਾਉਣਾ। ਮੋਸਟਲੀ ਗੁਰਬਾਣੀ ਦੇ ਵਿੱਚ ਹਰ ਦਾ ਜਿਹੜਾ ਸ਼ਬਦ ਹੈ ਉਹ ਸ਼ਬਦ ਕਰਕੇ ਆਇਆ ਹੈ। ਸੱਸਾ ਬੱਬਾ ਦੱਦੇ ਨੂੰ ਔਂਕੜ, ਜਿਹਨੂੰ ਅਸੀਂ ਨਾਮ ਕਹਿੰਦੇ ਹਾਂ, ਜਿਹਨੂੰ ਅਸੀਂ ਬਚਨ ਕਹਿੰਦੇ ਹਾਂ, ਜਿਹਨੂੰ ਅਸੀਂ ਰੈਪੀਟੀਸ਼ਨ ਆਫ ਨਾਮ ਜਿਹੜੀ ਅਸੀਂ ਕਰਨੀ ਹੈ, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਇਹ ਵੀ ਸ਼ਬਦ ਆਪਾਂ ਵਿਚਾਰਨਾ ਇਸ ਕੜੀ ਦੇ ਵਿੱਚ ਲਾਵਾਂ ਤੋਂ ਪਹਿਲਾਂ। ਸੋ ਇਹ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਅਵਸਥਾ। ਇਹ ਅਵਸਥਾ ਜਦੋਂ ਆ ਜੇ,
ਉਦੋਂ ਫਿਰ ਪਰਮਾਤਮਾ ਦੇ ਨਾਲ ਤੁਹਾਡੀ ਬਣਨੀ ਸ਼ੁਰੂ ਹੋ ਜਾਂਦੀ ਹੈ। ਤੇ ਮੇਰੀ ਪਰਮਾਤਮਾ ਦੇ ਨਾਲ ਬਣਨੀ ਸ਼ੁਰੂ ਹੋ ਗਈ ਹੈ। ਜਿਹੜਾ ਸ਼ਬਦ ਆਪਾਂ ਅੱਜ ਵਿਚਾਰ ਰਹੇ ਹਾਂ, ਇੱਥੇ ਵੀ ਗੁਰੂ ਰਾਮਦਾਸ ਪਾਤਸ਼ਾਹ ਇਹੋ ਸਾਨੂੰ ਦੱਸ ਰਹੇ ਨੇ ਕਿ ਮੇਰੇ ਮਨ ਦੇ ਵਿੱਚ, ਮੇਰੇ ਅੰਦਰ ਐਸੀ ਭਗਤ ਉਪਜੀ ਹੈ, ਔਰ ਉਸ ਭਗਤੀ ਦੀ ਬਰਕਤ ਦੇ ਨਾਲ ਭਗਤੇ ਤੱਤੇ ਨੂੰ ਸਿਹਾਰੀ, ਇਹ ਸਿਹਾਰੀਆਂ ਜਾਂ ਔਂਕੜ ਜਿਹੜੇ ਅਸੀਂ ਪਾਠ ਵੇਲੇ ਬੁਲਾਉਂਦੇ ਨਹੀਂ ਆ, ਠੀਕ ਹੈ, ਇਹ ਉਹਨਾਂ ਦੀ ਚੋਇਸ ਹੈ, ਪਰ ਇਹ ਕੋਈ ਹੁਕਮ ਨਹੀਂ ਹੈ ਕਿ ਇਸ ਤਰ੍ਹਾਂ ਹੀ ਸਿਹਾਰੀਆਂ ਔਂਕੜਾਂ ਤੋਂ ਬਿਨਾਂ ਹੀ ਗੁਰਬਾਣੀ ਪੜ੍ਹਨੀ ਹੈ। ਆਪਣੇ ਆਪ ਨੂੰ ਕਲੀਅਰ ਕਰਨ ਵਾਸਤੇ ਔਂਕੜ ਕਿਉਂ ਲੱਗੇ ਐ, ਸਿਹਾਰੀਆਂ ਕਿਉਂ ਲੱਗੀਆਂ ਨੇ, ਇਹ ਬੜੀਆਂ ਜ਼ਰੂਰੀ ਨੇ। ਹੁਣ ਜੇ ਭੱਬਾ ਗੱਗਾ ਤੱਤਾ ਭਗਤ ਹੋਵੇ, ਉਹਦਾ ਮਤਲਬ ਇੱਕ ਭਗਤ, ਕੋਈ ਭਗਤ। ਹੁਣ ਤੱਤੇ ਨੂੰ ਸਿਹਾਰੀ ਲੱਗਣ ਦੇ ਨਾਲ ਇਹ ਅਰਥ ਜਿਹੜਾ ਬਦਲ ਜਾਂਦਾ, ਉਹ ਹੈ ਭਗਤੀ ਦੇ ਨਾਲ, ਉਸ ਭਗਤੀ ਦੇ ਜ਼ਰੀਏ। ਮੇਰਾ ਖਿਆਲ ਹੈ ਹੁਣ ਇਹ ਚੀਜ਼ ਕਲੀਅਰ ਹੋ ਗਈ ਹੈ। ਮੇਰੇ ਮਨ ਐਸੀ ਭਗਤੇ ਬਣ ਆਈ, ਭਗਤੀ ਦੇ ਜ਼ਰੀਏ ਮੇਰੀ ਪਰਮਾਤਮਾ ਨਾਲ ਬਣਨੀ ਸ਼ੁਰੂ ਹੋ ਗਈ ਹੈ। ਸੋ ਕਿਸ ਤਰ੍ਹਾਂ ਬਣਨੀ ਸ਼ੁਰੂ ਹੋ ਗਈ ਹੈ, ਮੇਰੇ ਚ ਚੇਂਜ ਕੀ ਆਈ ਹੈ? ਹਾਂ, ਹਰ ਬਿਨ ਖਿਨ ਪਲ ਰਹਿ ਨਾ ਸਕੋ। ਮੈਂ ਨਾਮ ਜਪਣ ਤੋਂ ਬਿਨਾਂ ਖਿਨ ਪਲ ਵੀ ਰਹਿ ਨਹੀਂ ਸਕਦਾ। ਕਿਸ ਤਰ੍ਹਾਂ? ਜੈਸੇ ਜਲ ਬਿਨ ਮੀਨ ਮਰ ਜਾਈ। ਜਿਸ ਤਰ੍ਹਾਂ ਮੱਛਲੀ ਜਿਹੜੀ ਹੈ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਜੇ ਉਹਨੂੰ ਪਾਣੀ ਚੋਂ ਬਾਹਰ ਕੱਢ ਲਈਏ। ਸੋ ਮੇਰੀ ਇਹ ਅਵਸਥਾ ਆ ਗਈ ਹੈ। ਰਹਾਓ। ਹੁਣ ਇਸ ਸੈਂਟਰਲ ਆਈਡੀਆ ਨੂੰ ਆਪਾਂ ਮੁੱਖ ਰੱਖ ਕੇ ਸਾਰੇ ਸ਼ਬਦ ਨੂੰ ਵਿਚਾਰਨਾ। ਸ਼ਬਦ ਸ਼ੁਰੂ ਹੁੰਦਾ ਆਸਾ ਮਹੱਲਾ ਚੌਥਾ, ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ। ਮੈਂ ਪਹਿਲਾਂ ਇਹਦੇ ਅਰਥ ਪੜ੍ਹਦਾ ਚੱਲਾਂ, ਜਿਹੜੇ ਸਕਰੀਨ ਤੇ ਆ ਰਹੇ ਨੇ। ਇਹ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਵੱਲੋਂ ਕੀਤੇ ਹੈ। ਕਿਉਂ ਕੋਈ ਤਾਲ ਦੇਣ ਵਾਸਤੇ ਘੁੰਗਰੂ ਲੱਭਦਾ ਫਿਰੇ, ਸਾਈਨ ਆਫ ਇੰਟਰੋਗੇਸ਼ਨ, ਭਾਵ ਮੈਨੂੰ ਘੁੰਗਰੂਆਂ ਦੀ ਲੋੜ ਨਹੀਂ। ਕਿਉਂ ਕੋਈ ਰਬਾਬ ਆਦਿਕ ਸਾਜ਼ ਵਜਾਂਦਾ ਫਿਰੇ। ਹੁਣ ਜਿਸ ਵੇਲੇ ਇਹ ਬਾਣੀ ਉਚਾਰੀ ਗਈ ਹੈ, ਉਸ ਵੇਲੇ ਦੋ ਹੀ ਜਿਹੜੇ ਮਜ਼ਹਬ ਸਾਹਮਣੇ ਸੀ, ਇੱਕ ਹਿੰਦੂ ਔਰ ਦੂਸਰਾ ਮੁਸਲਿਮ। ਸੋ ਅਸੀਂ ਸਾਰੇ ਇਹ ਹਿਸਟਰੀ ਜਿਹੜੀ ਹੈ ਬੇਸਿਕਲੀ ਇਹ ਗੁਰਬਾਣੀ ਤੋਂ ਬੜਾ ਵੱਖਰਾ ਇੱਕ ਸਬਜੈਕਟ ਹੈ। ਇਹਦਾ ਗੁਰਬਾਣੀ ਨਾਲ ਕੋਈ ਤਲਕ ਨਾ ਕਦੇ ਵੀ ਲਾਇਆ ਜਾਵੇ। ਸਾਡੇ ਕਥਾਵਾਚਕ ਜਾਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਆ, ਉਹ ਹਿਸਟਰੀ ਨੂੰ ਵਿੱਚ ਲੈ ਆਉਂਦੇ ਨੇ, ਹਿਸਟਰੀ ਨੂੰ ਧਰਮ ਚ ਵਾੜ ਦਿੰਦੇ ਨੇ। ਉਹ ਗੱਲ ਠੀਕ ਨਹੀਂ ਹੈ, ਕਿਉਂਕਿ ਧਰਮ ਦੀ ਜਿਹੜੀ ਹੈ ਇੱਕ ਡੈਫੀਨੇਸ਼ਨ ਵੱਖਰੀ ਹੈ। ਧਰਮ ਦੀ ਜਿਹੜੀ ਕਿਰਿਆ, ਜੋ ਧਰਮ ਕਹਿ ਰਿਹਾ ਕਰਨ ਵਾਸਤੇ, ਉਹ ਚੀਜ਼ ਵੱਖਰੀ ਹੈ। ਸੋ ਹਿਸਟਰੀ ਨਾਲ ਆਪਾਂ ਹਿਸਟਰੀ ਨੂੰ ਧਾਰਮਿਕ ਨਾ ਸਮਝੀਏ। ਠੀਕ ਹੈ, ਗੁਰੂਆਂ ਦੇ ਦਿਨ ਮਨਾਉਣੇ, ਗੁਰਪੁਰਬ ਮਨਾਉਣੇ ਠੀਕ ਹੈ ਫॉर ਹਿਸਟੋਰੀਕਲ ਪਰਪਸ, ਬਟ ਰਿਲੀਜੀਅਸ ਪਰਪਸ ਨਹੀਂ। ਰਿਲੀਜੀਅਸ ਪਰਪਸ ਵਾਸਤੇ ਸਾਨੂੰ ਸਾਡੇ ਕੋਲ ਗੁਰਬਾਣੀ ਮੌਜੂਦ ਹੈ। ਗੁਰਬਾਣੀ ਕਹਿੰਦੀ ਹੈ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਐਵਰੀ ਡੇ ਅਸੀਂ ਨਾਮ ਦੇ ਵਿੱਚ ਜੁੜਨਾ ਹੈ, ਨਾਮ ਅਭਿਆਸ ਕਰਨਾ ਹੈ। ਕਬ ਕੋ ਭਾਲੈ ਘੁੰਗਰੂ ਤਾਲਾ। ਹੁਣ ਦੋਨਾਂ ਰਿਲੀਜਨਸ ਦੇ ਵਿੱਚ ਨੱਚਣ ਦਾ ਬੜਾ ਰਿਵਾਜ ਸੀ। ਆ ਹਿੰਦੂਇਜ਼ਮ ਦੇ ਵਿੱਚ ਅੱਜ ਤੱਕ ਮੰਦਿਰਾਂ 'ਚ ਲੋਕ ਜਿਹੜੇ ਹੈ ਨੱਚ ਉੱਠਦੇ ਆ। ਕੀਰਤਨ ਦੇ ਵਿੱਚ, ਭਜਨ ਦੇ ਵਿੱਚ ਜਦੋਂ ਆ, ਉਹ ਨੱਚ ਉੱਠਦੇ। ਜਗਰਾਤੇ ਹੁੰਦੇ ਅਸੀਂ ਪੰਜਾਬ 'ਚ ਵੇਖਦੇ ਰਹੇ ਹਾਂ। ਉਹ ਜਿੱਥੇ ਉਹਨਾਂ ਦੇ ਗਾਉਣ ਵਾਲੇ ਬੈਠੇ ਹੁੰਦੇ ਆ, ਸਾਹਮਣੇ ਆ ਕੇ ਉਹ ਨੱਚਣਾ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਹੀ ਕੁਛ ਜਿਹੜੇ ਫਿਰਕੇ ਸੀ ਇਹਨਾਂ ਦੇ, ਮੁਸਲਮਾਨਾਂ ਦੇ, ਉਹ ਵੀ ਨੱਚਦੇ ਸੀ। ਲੇਕਿਨ ਅਸਲ
ਉਹਨਾਂ ਦੇ ਧਰਮ ਦੇ ਵਿੱਚ ਇਹ ਨੱਚਣਾ ਜਿਹੜਾ ਹੈ ਇਹ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ। ਸੋ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਘੁੰਗਰੂਆਂ ਦੀ ਲੋੜ ਨਹੀਂ ਹੈ, ਤਾਲ ਦੀ ਲੋੜ ਨਹੀਂ ਹੈ, ਤੇ ਰਬਾਬ ਦੀ ਵੀ ਲੋੜ ਨਹੀਂ ਮੈਨੂੰ। ਇਹ ਮੈਂ ਦੇਖੋ ਇਹ ਅਵਸਥਾ ਦੀ ਗੱਲ ਹੈ ਜਦੋਂ ਉਸ ਪ੍ਰਮਾਤਮਾ ਦੇ ਨਾਲ ਬਣ ਆਈ ਹੈ। ਇਨੀਸ਼ੀਅਲ ਸਟੇਜ ਤੇ ਸਾਡੀ ਪਹਿਲਾਂ ਵੀ ਗੱਲ ਹੋਈ ਹੈ, ਜੇ ਛੋਟੇ ਬੱਚੇ ਨੇ ਕੀਰਤਨ ਸਿੱਖਦੇ ਨੇ, ਅਸੀਂ ਉਹਨਾਂ ਨੂੰ ਕਦੇ ਹੀ ਅਸੀਂ ਮਾੜਾ ਨਹੀਂ ਕਹਿ ਰਹੇ, ਉਹ ਠੀਕ ਹੈ, ਉਹਨਾਂ ਦੀ ਆਪਣੀ ਅਵਸਥਾ, ਆਪਣਾ ਉਹ ਵੀ ਚੀਜ਼ ਜ਼ਰੂਰੀ ਹੈ। ਇਹਦੇ ਤੇ ਆਪਾਂ ਫੇਰ ਕਰਾਂਗੇ ਗੱਲ, ਕਿਉਂਕਿ ਮੈਂ ਬੇਨਤੀ ਕਰ ਦਿੱਤੀ ਹੈ ਕਿ ਇਹ ਬੜੀਆਂ ਹਾਈ ਲੈਵਲ ਦੀਆਂ ਗੱਲਾਂ ਹੋਣਗੀਆਂ। ਸੋ ਏਦਾਂ ਨਾ ਸਮਝ ਲਿਓ ਕਿਤੇ ਕਿ ਕੀਰਤਨ ਕਰਨਾ ਆਪਾਂ ਮਨਾ ਕਰ ਰਹੇ ਹਾਂ ਜਾਂ ਕਿਸੇ ਨੂੰ ਕੋਈ ਮਾੜੀ ਚੰਗੀ ਆਖ ਰਹੇ, ਨੈਵਰ। ਇਹ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਅਵਸਥਾ ਜਿੱਥੇ ਤੱਕ ਅਭਿਆਸੀ ਪਹੁੰਚ ਸਕਦੇ ਨੇ। ਕਹਿੰਦੇ ਜਦੋਂ ਨੂੰ ਮੈਂ ਘੁੰਗਰੂ ਲੱਭ ਕੇ ਨੱਚਣ ਦੀ ਤਿਆਰੀ ਕਰਨੀ ਹੈ, ਜਦੋਂ ਨੂੰ ਰਬਾਬ ਸੈੱਟ ਕਰਨੀ ਆ, ਤੰਤੀ ਸਾਜ਼, ਉਹਨਾਂ ਨੂੰ 15 ਮਿੰਟ ਲੱਗ ਜਾਂਦੇ। ਸਟੇਜ ਤੇ ਰਾਗੀ ਜਥੇ ਜਦੋਂ ਬਹਿ ਕੇ ਜਿਹੜੇ ਗਵਈਏ ਨੇ ਉਹ ਸਾਜ਼ ਆਪਣੇ ਸੁਰ ਕਰਦੇ ਨੇ, ਸੈੱਟ ਕਰਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਕਹਿੰਦੇ ਕਬ ਕੋ ਭਾਲੈ ਘੁੰਗਰੂ ਤਾਲਾ, ਜਦ ਨੂੰ ਕਹਿੰਦੇ ਮੈਂ ਤਾਲ ਸੈੱਟ ਕਰਨੀ ਆ, ਘੁੰਗਰੂ ਲੱਭ ਕੇ ਬੰਨਣੇ ਨੇ ਜਾਂ ਰਬਾਬ ਸੈੱਟ ਕਰਕੇ ਵਜਾਉਣੀ ਆਰੰਭ ਕਰਨੀ ਹੈ। ਕਹਿੰਦੇ ਆਵਤ ਜਾਤ ਬਾਰ ਖਿਨ ਲੱਗੈ, ਹੁਣ ਤਬ ਲਗ ਸਮਾਰੂ ਨਾਮ। ਇਹ ਘੁੰਗਰੂ ਰਬਾਬ ਆਦਿਕ ਲਿਆਉਣ ਵਾਸਤੇ ਆਉਂਦਿਆਂ ਜਾਂਦਿਆਂ ਕੁਝ ਨਾ ਕੁਝ ਸਮਾਂ ਲੱਗਦਾ, ਪਰ ਮੈਂ ਤਾਂ ਉਤਨਾ ਸਮਾਂ ਵੀ ਪ੍ਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ। ਨੱਚਣ ਨੂੰ, ਘੁੰਗਰੂ ਬੰਨਣ ਨੂੰ ਟਾਈਮ ਲੱਗਣਾ ਹੈ। ਆਵਤ ਜਾਤ ਬਾਰ ਖਿਨ ਲੱਗੈ, ਰਬਾਬ ਤੰਤੀ ਸਾਜ਼ ਜਿਹੜੇ ਹੈ ਉਹ ਸੁਰ ਕਰਨ ਨੂੰ ਟਾਈਮ ਲੱਗ ਜਾਣਾ ਹੈ। ਪਾਤਸ਼ਾਹ ਕਹਿੰਦੇ ਹਉ ਤਬ ਲਗ ਸਮਾਰੂ ਨਾਮ, ਕਹਿੰਦੇ ਮੈਂ ਉਹਨਾਂ ਚਿਰ ਨਾਮ ਕਿਉਂ ਨਾ ਸਮਾਰਾਂ। ਇਹ ਸਮਾਰੋਹ ਬੜੀ ਉੱਚੀ ਅਵਸਥਾ ਹੈ, ਇੱਕ ਕਰਮਖੰਡ ਦੀ ਅਵਸਥਾ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਸੰਭਾਲਣ ਦੀ ਅਵਸਥਾ ਬੜੀ ਉੱਚੀ ਅਵਸਥਾ ਹੈ। ਹਰ ਨਾਮ ਸੰਭਾਲੇ ਸੇ ਵਡਭਾਗੀ, ਸੱਚੇ ਸ਼ਬਦ ਆਪ, ਸੱਚੇ ਸ਼ਬਦੇ ਆਪੇ ਮਿਲਾਏ, ਸਤ ਸੰਗਤੇ ਸੱਚ ਗੁਣ ਗਾਵਣਿਆ। ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇ ਵਡਭਾਗੀ, ਸੱਚੇ ਸ਼ਬਦੇ ਆਪੇ ਮਿਲਾਏ, ਸਤ ਸੰਗਤੇ ਸੱਚ ਗੁਣ ਗਾਵਣਿਆ। ਉਸ ਸੰਗਤ ਦੇ ਵਿੱਚ ਬੈਠ ਕੇ ਜਿੱਥੇ ਸਾਰੀ ਸੰਗਤ ਇੱਕੋ ਜਿਹੀ ਹੋਏ, ਸੰਭਾਲਣ ਦੀ ਅਵਸਥਾ ਹੈ ਉਸ ਦਰ ਦੇ ਬਾਹਰ, ਕਿਉਂਕਿ ਕਰਮਖੰਡ ਦੇ ਨਾਲ ਹੀ ਅੱਗੇ ਸੱਚਖੰਡ ਦਾ ਦਰਵਾਜ਼ਾ ਹੈ, ਸੱਚਖੰਡ ਦਾ ਰਾਸਤਾ ਹੈ, ਜਿੱਥੇ ਸਾਰੇ ਇਹ ਭਗਤ ਜਨ ਪਹੁੰਚੇ ਨੇ। ਕਰਮਖੰਡ ਇਹ ਹੁਣ ਅਵਸਥਾ ਦੀ ਗੱਲ ਹੈ। ਤਾਂ ਮੈਂ ਕਿਹਾ ਕਿ ਕੋਈ ਇਹ ਜਿਹੜੇ ਮੀਨਿੰਗਸ ਨੇ ਬੜੇ ਧਿਆਨ ਨਾਲ ਇਹਨਾਂ ਨੂੰ ਅਡਾਪਟ ਕਰਨਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦੀ ਆਪਣੀ ਅਵਸਥਾ, ਹੋ ਸਕਦਾ ਕਿਸੇ ਅਭਿਆਸੀ ਦੀ ਵੀ ਆਪਣੀ ਅਵਸਥਾ ਹੋਵੇ, ਨਾਮ ਅਭਿਆਸੀ ਦੀ ਆਪਣੀ ਅਵਸਥਾ ਹੋਵੇ। ਕਿਤੇ ਮੇਰਾ ਹੁਣ ਇਹ ਤਾਲ ਦੇ ਨਾਲ, ਘੁੰਗਰੂ ਦੇ ਨਾਲ, ਸਾਜ਼ ਦੇ ਨਾਲ, ਤੰਤੀ ਸਾਜ਼, ਰਬਾਬ ਆਦਿਕ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਇਹਦੇ ਤੇ ਇਹ ਤੇ ਟਾਈਮ ਵੇਸਟ ਕਰਨਗੇ, ਇਹਨਾਂ ਨੂੰ ਪਹਿਲਾਂ ਲੱਭਣਾ ਪੈਣਾ ਕਿਤੇ ਲਿਆ ਕੇ, ਫਿਰ ਇਹ ਵਜਾਉਣਾ, ਫਿਰ ਸੁਰ ਮਿਲਾਉਣੇ ਇਹਨਾਂ ਦੇ, ਇਹ ਤੇ ਟਾਈਮ ਬੜਾ ਵੇਸਟ ਹੋ ਜਾਣਾ। ਕਿਉਂਕਿ ਐਸੀ ਭਗਤੀ ਉਹਨਾਂ ਦੇ ਅੰਦਰ ਉਪਜੀ, ਉਹ ਤੇ ਖਿੰਨ ਪਲ ਨਹੀਂ ਰਹਿ ਸਕਦੇ ਨਾਮ ਅਭਿਆਸ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ। ਇਹ ਤੇ ਸੰਭਾਲਣ ਦੀ ਗੱਲ ਆਈ ਹੈ। ਕਹਿੰਦੀ ਉਹਨਾਂ ਚਿਰ ਮੈਂ ਨਾਮ ਜਪੂਗਾ, ਮੈਂ why should I waste my time? ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ ਕਾਮਾ। ਕਿਉਂ?
ਕਿਉਂ ਨਹੀਂ ਉਹਨਾਂ ਨੂੰ ਘੁੰਗਰੂ ਤਾਲ ਚੰਗੇ ਲੱਗੇ, ਕਿਉਂ ਨਹੀਂ ਉਹਨਾਂ ਨੂੰ ਤੰਤੀ ਸਾਜ਼ ਚੰਗੇ ਲੱਗੇ, ਕਿਉਂ ਉਹਨਾਂ ਨੂੰ ਲੱਗ ਰਿਹਾ ਕਿ ਮੇਰਾ ਮੇਰਾ ਜਿਹੜਾ ਸਮਾਂ ਉਹ ਜ਼ਾਇਆ ਹੋ ਰਿਹਾ, ਸਮਾਂ ਜਿਹੜਾ ਵਿਅਰਥ ਹੋ ਰਿਹਾ। ਕਹਿੰਦੇ ਮੇਰਾ ਮਨ ਐਸੀ ਭਗਤੇ ਬਨ ਆਈ। ਮੇਰੇ ਮਨ ਦੇ ਵਿੱਚ ਐਸੀ ਭਗਤੀ ਉਪਜੀ ਹੈ, ਉਸ ਭਗਤੀ ਦੀ ਬਰਕਤ ਦੇ ਨਾਲ ਮੇਰੀ ਅਕਾਲ ਪੁਰਖ ਨਾਲ ਬਣਨੀ ਸ਼ੁਰੂ ਹੋ ਗਈ ਹੈ। ਸਾਡੇ ਜਿਹੜੇ ਵਿਚਾਰ, ਸਾਡੇ ਜਿਹੜੇ ਕਰੈਕਟਰਿਸਟਿਕਸ ਆਪਸ ਚ ਮਿਲਣੇ ਸ਼ੁਰੂ ਹੋ ਗਏ ਨੇ। ਕਿਉਂਕਿ ਭਗਤ ਜਨ ਜਿਹੜੇ ਆ ਉਹ ਅਕਾਲ ਪੁਰਖ ਦਾ ਸਰੂਪ ਬਣ ਜਾਂਦੇ ਆ। ਜਦੋਂ ਨਾਮ ਜਪਦੇ ਆ, ਇਸੇ ਦੁਨੀਆ 'ਚ ਰਹਿੰਦੇ ਰਹਿੰਦੇ ਉਹਨਾਂ ਦੀ ਅਵਸਥਾ ਇੰਨੀ ਉੱਚੀ ਚਲੀ ਜਾਂਦੀ ਹੈ, ਉਹ ਅਕਾਲ ਪੁਰਖ ਦਾ ਰੂਪ ਬਣ ਜਾਂਦੇ ਆ। ਆਪਾਂ ਇਹ ਸ਼ਾਮ ਨੂੰ ਜਿਹੜਾ ਪਾਠ ਕਰਦੇ ਆ ਨਾ, ਜੇ ਧਿਆਨ ਨਾਲ ਕਰੀਏ, ਇਹ ਲੱਭਿਓ ਤੁਸੀਂ, ਇਹ ਉਹਦੇ ਵਿੱਚ ਆਸਾ ਮਹੱਲਾ ਚੌਥਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਉਸ ਸ਼ਬਦ ਦੇ ਵਿੱਚ ਆਉਂਦਾ ਕਿ ਜਿਹੜੇ ਭਗਤ ਜਨ ਨੇ ਉਹ ਅਕਾਲ ਪੁਰਖ ਦਾ ਸਰੂਪ ਬਣ ਜਾਂਦੇ ਆ। ਨਾਮ ਜਪ ਜਪ ਕੇ ਅਕਾਲ ਪੁਰਖ ਦੇ ਜਿਹੜੇ ਕਰੈਕਟਰਿਸਟਿਕਸ ਹੈ ਉਹ ਭਗਤਾਂ ਦੇ ਵਿੱਚ ਆ ਜਾਂਦੇ ਆ। ਸੋ ਇਹ ਉਸ ਅਵਸਥਾ ਦੇ ਮਾਲਕ ਨੇ। ਇਸ ਵੇਲੇ ਮਹੱਲਾ ਚੌਥਾ ਜਦੋਂ ਸ਼ਬਦ ਉਚਾਰ ਰਹੇ, ਹਉ ਹਰ ਬਿਨ ਖਿਨ ਪਲ, ਹਰ ਹੈ ਸ਼ਬਦ ਦਾ ਲਖਾਇਕ। ਮੈਂ ਨਾਮ ਜਪਣ ਤੋਂ ਬਿਨਾਂ, ਸਭ ਤੋਂ ਬਿਨਾਂ ਇੱਕ ਪਲ ਵੀ ਰਹਿ ਨਹੀਂ ਸਕਦਾ। ਕਿਸ ਤਰ੍ਹਾਂ ਨਹੀਂ ਰਹਿ ਸਕਦਾ? ਜਿਸ ਤਰ੍ਹਾਂ ਮੱਛੀ ਨੂੰ ਬਾਹਰ ਕੱਢੀਏ ਤੇ ਉਹਨੂੰ ਤੜਫਣ ਸ਼ੁਰੂ ਹੋ ਜਾਂਦੀ ਹੈ, ਇਸ ਤਰ੍ਹਾਂ ਮੇਰੀ ਅਵਸਥਾ, ਮੈਂ ਨਾਮ ਤੋਂ ਬਿਨਾਂ ਇਸ ਤਰ੍ਹਾਂ ਨਹੀਂ ਰਹਿ ਸਕਦਾ। आगे चलिए जी। कब को मेले पंच सत गायन, कब को राग धुन उठावे। हे भाई, गाउण वास्ते क्यों कोई पंज तारां ते सत सुरां मिलाउंदा फिरे, क्यों कोई राग दी सुर चुकदा फिरे। इत्थे लिखिआ कब को मेले पंच सत गायन, ਉਹ ਪੰਜ ਸੱਤ ਸਾਜ਼ ਜਿਹੜੇ ਰੱਖ ਕੇ ਉਹਨਾਂ ਨੂੰ ਆਪਸ ਚ ਮਿਲਿਆ ਜਾਂਦਾ, ਰਾਗੀ ਜਥੇ ਫਿਰ ਲੱਗਦੇ ਆ। ਅੱਜ ਕੱਲ ਤੇ ਕੰਮ ਬੜਾ ਸੌਖਾ ਨਾ, ਜਿਹੜੇ 2 ਵਾਜੇ ਤੇ ਇੱਕ ਤਬਲਾ ਰੱਖਿਆ ਤੇ ਚੱਲ। ਇਹ ਮੈਂ ਜਿਹੜੀ ਓਰੀਜਨਲਿਟੀ ਦੀ ਗੱਲ ਕਰ ਰਿਹਾ, ਅਸਲ ਦੀ ਗੱਲ ਕਰ ਰਿਹਾ ਕਿ ਸਾਜ਼ ਰੱਖ ਕੇ, ਤੰਤੀ ਸਾਜ਼ ਮਿਲਾ ਕੇ ਪੁਰਾਣੇ ਰਾਗੀ ਜਥੇ ਜਿਹੜੇ ਆ ਕੀਰਤਨ ਇਸ ਤਰ੍ਹਾਂ ਕਰਦੇ ਹੁੰਦੇ ਸੀ। ਕਬ ਕੋ ਮੇਲੇ ਪੰਜ ਸੱਤ ਗਾਇਨ, ਨਾਲੇ ਉਹ ਸਾਜ਼ ਤੇ ਨਾਲੇ ਫਿਰ ਗਵਈਏ ਸਾਰੇ ਇੱਕ ਦੂਜੇ ਨੇ ਅਲਾਪ ਲਾਉਣੇ। ਕਬ ਕੋ ਰਾਗ ਧੁਨ ਉਠਾਵੇ, ਰਾਗ ਦੀ ਧੁਨ ਚੱਕਣੀ ਜੀ, ਆਹ ਵੇਲਾ ਸ਼ਾਮ ਦਾ, ਸਵੇਰ ਦਾ, ਟੋਡੀ ਪੜ੍ਹਨਾ, ਬਲਾਵਲ ਪੜ੍ਹਨਾ ਜਾਂ ਹੋਰ। ਇਹਦੇ ਜਦੋਂ ਨੂੰ ਆ ਰਾਗ ਰੂਗ ਮੈਂ ਗਾਉਣੇ ਸ਼ੁਰੂ ਕਰਨੇ ਆ, ਉਹ ਕਹਿੰਦੇ ਮਿਲ ਚੁਨਤ ਖਿਨ ਪਲ ਚਸਾ ਲਾਗੇ। ਇਹ ਸੁਰ ਸਰ ਮਿਲਾਉਂਦਿਆਂ, ਰਾਗ ਠੀਕ ਠਾਕ ਕਰਦਿਆਂ, ਰਾਗ ਚੁਣਦਿਆਂ ਵੀ ਮੈਂ ਕਿਹੜਾ ਰਾਗ ਪੜ੍ਹਨਾ, ਕਿਹੜਾ ਸਮਾਂ ਚੱਲ ਰਿਹਾ ਹੈ। ਟਾਈਮ ਤੇ ਲੱਗੂਗਾ, ਵੀ ਵਿਚਾਰ ਤੇ ਆਊਗੀ। ਸਾਰਿਆਂ ਨੂੰ ਤੇ ਪਤਾ ਨਹੀਂ ਵੀ ਕਿਹੜੇ ਵੇਲੇ ਕਿਹੜਾ ਰਾਗ ਪੜ੍ਹਨਾ ਹੈ, ਤੇ ਜਿਹੜਾ ਸਿੱਖਿਆ ਗਵਈਆ ਉਹੀ ਲੱਭ ਸਕਦਾ, ਉਹਨੂੰ ਇਹ ਗਿਆਨ ਹੋਏਗਾ। ਤਬ ਲਗ ਮੇਰਾ ਮਨ ਰਾਮ ਗੁਣ ਗਾਵੇ। ਕਿਉਂ ਨਾ ਫਿਰ ਉਦੋਂ ਤੱਕ ਭਜਨ ਬੰਦਗੀ ਕੀਤੀ ਜਾਵੇ। ਕਹਿੰਦੇ ਮੈਨੂੰ ਨਹੀਂ ਇਹ ਹੁਣ ਚੀਜ਼ਾਂ, ਇਹ ਮੈਨੂੰ ਲੱਗ ਰਿਹਾ ਕਿ ਸਮਾਂ ਖਰਾਬ ਹੋ ਰਿਹਾ, ਇਹ ਚੀਜ਼ਾਂ ਚ ਐਵੇਂ ਟਾਈਮ ਜ਼ਾਇਆ ਹੋ ਰਿਹਾ। ਮੈਂ ਤੇ ਹੁਣ ਨਾਮ ਜਪਣਾ ਇੰਨਾ ਜ਼ਰੂਰੀ ਹੈ, ਮੈਂ ਤੇ ਰਹਿ ਨਹੀਂ ਸਕਦਾ ਇਸ ਨਾਮ ਤੋਂ ਬਿਨਾਂ, ਤੇ ਉਹ ਕਿਉਂ ਨਾ ਮੈਂ ਉਦੋਂ ਤੱਕ ਨਾਮ ਹੀ ਜਪਾਂ। ਇਹ ਹੈ ਭਗਤੀ, ਇਹ ਹੈ ਉਸ ਅਕਾਲ ਪੁਰਖ ਨਾਲ ਬਣ ਆਈ, ਇਹ ਉਸ ਅਕਾਲ ਪੁਰਖ ਦਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਇਦਾਂ ਦੀ ਭਗਤੀ ਮੇਰੇ ਅੰਦਰ ਉਪਜ ਆਈ ਹੈ, ਜਿਹੜੀ ਭਗਤੀ ਨੇ ਅਕਾਲ ਪੁਰਖ ਨਾਲ ਮੇਰੀ ਬਣਾ ਦਿੱਤੀ ਹੈ, ਉਹਦੇ ਨਾਲ ਦੋਸਤੀ ਪਵਾ ਦਿੱਤੀ ਹੈ। ਸਾਡੇ ਵਿਚਾਰ, ਸਾਡੇ ਕਰੈਕਟਰਿਸਟਿਕਸ ਮਿਲਣੇ ਸ਼ੁਰੂ ਹੋ ਗਏ ਨੇ। ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਏ। कब को नाचै पांव पसारै, कब को हाथ पसारै।
ਹੁਣ ਹੁੰਦਾ ਕੀ ਹੈ ਕਿ ਪਹਿਲਾਂ ਘੁੰਗਰੂ ਬੰਨੇ ਜਾਂਦੇ ਹੈ, ਸੁਰ ਤਾਲ ਸਭ ਮਿਲਾ ਲਏ ਜਾਂਦੇ ਹੈ। ਫਿਰ ਇਹ 5-7 ਬੰਦੇ ਬਹਿ ਜਾਂਦੇ ਆ, ਆਪਸੀ ਸੁਰ ਮਿਲਾ ਕੇ ਫਿਰ ਉਹ ਰਾਗ ਦੀ ਧੁਨ ਚੱਕਦੇ ਆ, ਗਾਉਣਾ ਸ਼ੁਰੂ ਕਰਦੇ ਆ। ਫਿਰ ਉੱਥੇ ਹੀ ਜਦੋਂ ਉਹ ਰੰਗ ਚ, ਰਾਗ ਦੇ ਰੰਗ ਚ, ਕੀਰਤਨ ਦੇ ਜਿਹੜਾ ਸੋ ਕਾਲਡ ਕੀਰਤਨ ਹੈ, ਉਹਦੇ ਰੰਗ ਦੇ ਵਿੱਚ ਲੋਕ ਜਿਹੜੇ ਹੈ ਮਸਤ ਹੋ ਜਾਂਦੇ ਆ ਤੇ ਫਿਰ ਨੱਚਣਾ ਸ਼ੁਰੂ ਕਰ ਦਿੰਦੇ ਆ। ਇਹ ਚੀਜ਼ ਤੀਜੇ ਨੰਬਰ ਤੇ ਆਈ ਹੈ। ਕਬ ਕੋ ਨਾਚੈ ਪਾਂਵ ਪਸਾਰੈ, ਹੱਥ ਪੈਰ ਇੱਧਰ ਉੱਧਰ। ਇਹ ਬੜਾ ਰਿਵਾਜ ਹੈ। ਇਹ ਸ਼ਿਵ ਜੀ ਦਾ ਜਿਹੜਾ ਸੀਗਾ ਇਹ ਨੱਚਣ ਦਾ ਬੜਾ ਤਾਂਡਵ ਮਸ਼ਹੂਰ ਹੈ। ਘੁੰਗਰੂ ਬੰਨ ਕੇ ਉਹਦੀਆਂ ਫੋਟੋਆਂ ਵੀ ਮਿਲਦੀਆਂ ਨੇ। ਅਸੀਂ ਤੇ ਖੈਰ ਫੋਟੋਆਂ ਨੂੰ ਮੰਨਦੇ ਨਹੀਂ ਹੈ। ਸਿੱਖੀਜ਼ਮ ਦੇ ਵਿੱਚ ਫੋਟੋਆਂ ਦੀ ਕੋਈ ਵੈਲਿਊ ਨਹੀਂ ਹੈ। ਕਬ ਕੋ ਨਾਚੈ ਪਾਂਵ ਪਸਾਰੈ, ਕਬ ਕੋ ਹਾਥ ਪਸਾਰੈ। ਫਿਰ ਉਹ ਸਾਰੇ ਐਕਸ਼ਨ, ਪੈਰ ਕਿਹੜੇ ਤਰੀਕੇ ਨਾਲ ਰੱਖਣਾ, ਹੱਥ ਕਿੱਦਾਂ। ਰਿਲੀਜੀਅਸ ਡਾਂਸ ਬੜੇ ਤੁਸੀਂ ਸਰਚ ਕਰੋਗੇ ਤੇ ਤੁਹਾਨੂੰ ਮਿਲ ਜਾਏਗਾ। ਸਾਊਥ ਦੇ ਵਿੱਚ ਬੜੇ ਡਾਂਸ ਨੇ, ਕੁਚੀਪੁੜੀ ਨ੍ਰਿਤ ਹੈ, ਭਰਤਨਾਟਿਅਮ, ਇਹ ਸਾਰੇ ਰਿਲੀਜੀਅਸ ਡਾਂਸ ਨੇ। ਇਹ ਬੜੇ ਰਿਲੀਜੀਅਸ ਪਲੇਸਿਸ ਦੇ ਵਿੱਚ ਬੜੇ ਅਦਬ ਸਤਿਕਾਰ ਦੇ ਨਾਲ ਇਹ ਲੋਕ ਕਰਦੇ ਨੇ ਔਰ ਇਹਨਾਂ ਨੂੰ ਰਿਲੀਜੀਅਸ ਡਾਂਸ ਮੰਨਿਆ ਜਾਂਦਾ ਵੀ ਇਸ ਡਾਂਸ ਦੇ ਨਾਲ ਪਰਮਾਤਮਾ ਖੁਸ਼ ਹੁੰਦਾ। ਤਾਂ ਕਰਕੇ ਕਿਉਂਕਿ ਉਹ ਚੀਜ਼ਾਂ ਸਾਹਮਣੇ ਸੀ ਗੁਰੂ ਰਾਮਦਾਸ ਪਾਤਸ਼ਾਹ ਦੇ। ਉਹ ਕਹਿੰਦੇ ਹਾਥ ਪਾਉ ਪਸਾਰਤ ਬਿਲਮ ਤੇ ਲੱਗੈ, ਤਬ ਲਗ ਮੇਰਾ ਮਨ ਰਾਮ ਸਮਾਰੈ। ਕਿਹੜੇ ਤਰੀਕੇ ਨਾਲ ਹੱਥ ਮੈਂ ਪਸਾਰਨਾ, ਕਿਹੜੇ ਤਰੀਕੇ ਨਾਲ ਪੈਰ ਪਸਾਰਨੇ ਆ, ਰੱਖਣੇ ਆ, ਇਸ ਚੀਜ਼ ਨੂੰ ਵੀ ਬੜਾ ਟਾਈਮ ਲੱਗਣਾ। ਇਹ ਸਿੱਖਿਆਰਥੀ ਕਰੂਗਾ ਨਾ ਇਦਾਂ ਦਾ ਕੰਮ, ਐਵੇਂ ਤੇ ਨਹੀਂ ਕਿ ਉੱਠ ਕੇ ਨੱਚਣਾ ਸ਼ੁਰੂ ਕਰ ਦੂ। ਉਹਦੇ ਲਈ ਪਹਿਲਾਂ ਸਖਤ ਮਿਹਨਤ ਕਰਨੀ ਪਊ, ਟਾਈਮ ਦੇਣਾ ਪਊ। ਕਿ ਉਹਨਾਂ ਕਹਿੰਦੇ ਫਿਰ ਨਾਮ ਜਪਣਾ ਇੰਨਾ ਜ਼ਰੂਰੀ ਹੈ ਤੇ ਨਾਮ ਹੀ ਜਪਿਆ ਜਾਏ, ਸ਼ਬਦ ਦਾ ਅਭਿਆਸ ਹੀ ਕੀਤਾ ਜਾਏ। ਰਾਮਦਾਸ ਪਾਤਸ਼ਾਹ ਦੀ ਆਪਣੀ ਅਵਸਥਾ ਹੈ। ਮੇਰਾ ਮਨ ਐਸੀ ਭਗਤ ਬਣ ਜਾਏ, ਹੋ ਹਰ ਬਿਨ ਖਿਨ ਪਲ ਰਹਿ ਨਾ ਸਕੂੰ, जैसे जल बिन मीन मर जाए। ऐसी भगत मेरे अंदर उपज आई है। उस भगती के जरिए मेरी अकाल पुरख नाल बननी शुरू हो गई है। हुण बन आई बड़ा पंजाबी दा ठेठ पंजाबी दी आपां वरतों करदे हां, मेरी उहदे नाल बनदी नहीं है। संत जना सो प्रीत बन आई, जिनको लिखत लिखिया धुर पाई, ते जन नानक नाम समाई। प्रीत दोस्ती बन आउंदी है, प्रीति बन आउंदी है। संत जना स्यों प्रीत बन आई। सो ये लफज याद रखने हैं जिथे भी पाठ करते हैं और शब्द पढ़ते हैं, गुरबाणी का ज्ञान नाल सांझ पाउंदे हैं। जिथे भी किते शब्द इहो जिहे लफज आउण, उन्हां दा मीनिंग इसे तरह ही होएगा, बन आई। नंबर 4, कब को लोगन को पतियावै। हुण ये बड़ी गूढ़ गल हुण अखीर आ गया शब्द का, और आपां इत्थे निचोड़ कढना शब्द का, खत्म जिथे हुंदा शब्द ऑलवेज बड़ी गूढ़ी गल होएगी। कब को लोगन को पतियावै। इना मैं मतलब अपने एक्सपीरियंस तो मैं दस रहा, क्योंकि बहुत कीर्तन किया पहला। साडे पिता जी भी करते हुंदे सी, अपनी जॉब करते करते वो कीर्तन की सेवा करते सी निष्काम, असीं भी करते रहे हैं।
ਤਕਰੀਬਨ ਅਰਾਊਂਡ ਕਹਿ ਲਓ ਕਿ 27-28 ਸਾਲ ਹੋ ਗਏ ਨੇ ਇਹਨਾਂ ਬਾਹਰਲੇ ਮੁਲਕਾਂ 'ਚ ਵੀ ਆਉਂਦਿਆਂ, ਉੱਥੇ ਇੰਡੀਆ 'ਚ ਵੀ। ਇਹਦੇ ਨਾਲ ਹੁੰਦਾ ਕੀ ਹੈ, ਇਹਦੇ ਨਾਲ ਨਾ ਇੱਕ ਇੱਕ ਹੰਕਾਰ ਉਪਜਦਾ ਕਿ ਮੈਂ ਵੀ ਬੜਾ ਵਧੀਆ ਕੀਰਤਨ ਕਰਦਾ, ਮੇਰੇ ਵਰਗਾ ਕੋਈ ਨਹੀਂ। ਲੋਕ ਜਦੋਂ ਆ ਕੇ ਕਹਿੰਦੇ ਆ, ਭਾਈ ਸਾਹਿਬ ਜੀ ਆਨੰਦ ਆ ਗਿਆ ਅੱਜ, ਤੇ ਬੜੀ ਵਧੀਆ ਤੁਹਾਡੀ ਆਵਾਜ਼, ਤੁਸੀਂ ਤੇ ਏਦਾਂ ਦੀਆਂ ਟਿਊਨਾਂ ਪੜ੍ਹਦੇ ਹੋ, ਇੰਨਾ ਸੋਹਣਾ ਕੀਰਤਨ। ਉਹਦੇ ਨਾਲ ਫਿਰ ਅੰਦਰ ਨਾ ਬੰਦਾ ਕਹਿੰਦਾ ਹੈ ਯਾਰ, ਬੰਦਾ ਫਿਰ ਚੌੜਾ ਜਿਹਾ ਹੋ ਜਾਂਦਾ, ਕਹਿੰਦਾ ਵੀ ਲੈ ਵੀ ਮੈਂ ਤੇ ਬੜਾ ਵਧੀਆ ਕੀਰਤਨ ਕਰ। ਇਹ ਮੇਰਾ ਆਪਣਾ ਤਜਰਬਾ, ਮੈਂ ਉਸ ਤਜਰਬੇ ਤੋਂ ਦੱਸ ਰਿਹਾ। ਹੰਕਾਰ ਚੜ੍ਹਦਾ ਇਹਦੇ ਨਾਲ। ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ ਫਿਰ ਦਿਖਾਵਾ ਹੁੰਦਾ ਕਿ ਮੈਂ ਤੇ ਬੜਾ ਔਖਾ, ਮੇਰੀ ਜਿਹੜੇ ਕੀਰਤਨ, ਅੰਦਰੋਂ ਹੰਕਾਰ ਚੜੀ ਜਾਂਦਾ। ਕਬ ਕੋ ਲੋਗਨ ਕੋ ਪਤਿਆਵੈ, ਲੋਕ ਕੇ ਪਤੀਣੈ ਨਾ ਪਤ ਹੋਏ। ਨੱਚ ਕੇ ਕਈ ਆਰਟਿਸਟ ਬਣ ਜਾਂਦੇ ਨੇ, ਬਹੁਤ ਵੱਡੇ ਆਰਟਿਸਟ। ਉਹਨਾਂ ਨੂੰ ਫਿਰ ਉਹ ਹਜ਼ਾਰਾਂ ਡਾਲਰ ਦੇ ਕੇ ਬੁਲਾਇਆ ਜਾਂਦਾ ਵੀ ਅੱਜ ਫਲਾਣੇ ਦਾ ਡਾਂਸ ਹੈ। ਹਜ਼ਾਰਾਂ ਡਾਲਰ ਦੇ ਕੇ ਬੁਲਾਇਆ ਜਾਂਦਾ, ਅੱਜ ਫਲਾਣੇ ਦਾ ਕੀਰਤਨ ਹੈ, ਉਹ ਇੰਨੇ ਤੋਂ ਇੰਨੇ 8 ਤੋਂ 9 ਕੀਰਤਨ ਕਰਨਗੇ ਜੀ ਭਾਈ ਸਾਹਿਬ ਜੀ। ਔਰ ਉਹ ਸਾਨੂੰ ਦੱਸਦੇ ਆ ਵੀ ਮਾਇਆ ਤਿਆਗੋ, ਮਾਇਆ ਕਹਿੰਦੇ ਤਿਆਗੋ। ਮੈਨੂੰ ਕਹਿੰਦੇ ਆ ਡਾਲਰ ਇਕੱਠੇ ਕਰਕੇ ਦੇ ਦਿਓ 50,000, ਪਰ ਆਪ ਤੁਸੀਂ ਤਿਆਗ ਦਿਓ। ਉਹ ਤਾਂ ਹੀ ਤਿਆਗਾਂਗੇ ਤੇ ਦਵਾਂਗੇ ਉਹਨਾਂ ਨੂੰ। ਕਬ ਕੋ ਲੋਗਨ ਕੋ ਪਤਿਆਵੈ, ਇਹ ਸਾਰੀ ਲੋਕਾਚਾਰੀ ਹੈ, ਸਾਰਾ ਲੋਕ ਦਿਖਾਵਾ ਹੈ, ਇਹ ਸਾਰੀ ਲੋਕਾਂ ਦੇ ਅੱਗੇ ਆਪਣਾ ਜਿਹੜਾ ਇੱਜ਼ਤ ਮਾਣ ਵਧਾਉਣ ਦਾ ਉਪਰਾਲਾ ਹੈ। ਲੋਕ ਪਤੀਣੇ ਨਾ ਪਤ ਹੋਏ। ਉਹ ਕਹਿੰਦੇ ਠੀਕ ਹੈ, ਭਾਵੇਂ ਤੂੰ ਇੱਥੇ ਸਕਸੈਸਫੁਲ ਹੋ ਜਾਏਗਾ, ਇੱਥੇ ਸਫਲ ਹੋ ਜਾਏਗਾ, ਲੋਕਾਂ ਦੇ ਅੱਗੇ ਤੇਰੀ ਇੱਜ਼ਤ ਬਣ ਜੂ, ਤੇਰਾ ਨਾਮ, ਨੇਮ ਐਂਡ ਫੇਮ ਤੈਨੂੰ ਮਿਲ ਜੂਗਾ, ਪਰ ਅਕਾਲ ਪੁਰਖ ਦੇ ਦਰ ਤੇ ਫਿਰ ਤੂੰ ਫੜਿਆ ਜਾਣਾ। ਉੱਥੇ ਜੇ ਨਾਮ ਨਹੀਂ ਜਪਿਆ ਹੋਏਗਾ ਨਾ, ਉੱਥੇ ਫੜਿਆ ਜਾਣਾ। ਉੱਥੇ ਤੇ ਗੋਬਿੰਦ ਭਜਨ ਮੇਰੇ ਦਿਲ ਨਹੀਂ ਮੰਨੇ। ਉਹਨਾਂ ਨੇ ਪੁੱਛਣਾ ਵੀ ਭਜਨ ਕਿੰਨਾ ਕੀਤਾ? ਉਹ ਕਹਿੰਦੇ ਉਹ ਤੇ ਪਤਾ ਨਹੀਂ ਜੀ, ਪਾਠ ਬੜੇ ਕੀਤੇ ਸੁਖਮਨੀ ਸਾਹਿਬ ਦੇ। ਉਹ ਕਹਿੰਦੇ ਇੱਧਰ ਨੂੰ ਆ ਜਾ। ਬੜੀ ਖੂਬਸੂਰਤ ਇੱਕ ਮੈਂ ਸ਼ਬਦ ਦੇ ਵਿੱਚ ਵਿਚਾਰ ਕਰਦੇ ਨੇ, ਜ਼ਿਕਰ ਕਰਨਾ ਕਿਸੇ ਹੋਰ ਗੱਲ ਦਾ ਠੀਕ ਨਹੀਂ ਸਮਝਦਾ, ਕਿਉਂਕਿ ਉਹ ਸ਼ਬਦ ਦੀ ਵਿਚਾਰ ਹੀ ਇੰਨੀ ਗੂੜੀ ਹੁੰਦੀ ਆ ਔਰ ਇੰਨੀ ਪਿਆਰੀ ਹੁੰਦੀ ਆ, ਉਹ ਛੱਡ ਕੇ ਕਿਤੇ ਵੀ ਜਾਣ ਨੂੰ ਜੀ ਨਹੀਂ ਕਰਦਾ। ਲੇਕਿਨ ਇੱਕ ਬਹੁਤ ਸੁੰਦਰ ਕਹਾਣੀ ਭਾਈ ਮਹਿੰਦਰ ਸਿੰਘ ਜੀ ਜਰਗ ਵਾਲੇ, ਇਹ ਬਾਬਾ ਜੀ ਨੇ ਜਰਗ ਵਾਲੇ ਜੀ, ਆਪਣੇ ਪੰਜਾਬ ਨਾਲ ਤੁਹਾਡਾ ਵਾਸਤਾ ਹੈ, ਤੇ ਇਹ ਜਰਗ ਵਾਲੇ ਸੰਤ ਬਾਬੇ ਬੜੇ ਮਸ਼ਹੂਰ ਸੀ। ਇਹ ਸਾਡੇ ਘਰ ਦੇ ਨੇੜੇ ਇਹਨਾਂ ਦੇ ਦੀਵਾਨ ਲੱਗਣੇ ਤਕਰੀਬਨ ਅਕਤੂਬਰ ਦੇ ਦਿਨਾਂ ਦੇ ਵਿੱਚ, ਔਰ ਅਸੀਂ ਉਹ ਬਿਲਕੁਲ ਸਾਡੇ ਘਰ ਦੇ ਬਾਹਰ ਹੀ ਬਹੁਤ ਵੱਡਾ ਗਰਾਊਂਡ ਸੀ, ਔਰ ਅਸੀਂ ਉੱਥੇ ਦੀਵਾਨ ਆਪਣੇ ਵਿਹੜੇ 'ਚ ਹੀ ਬੈਠ ਕੇ ਸੁਣਦੇ ਹੁੰਦੇ ਸੀ। ਤੇ ਇੱਕ ਕਹਾਣੀ ਉਹਨਾਂ ਨੇ ਸੁਣਾਉਣੀ ਵੀ ਇੱਕ ਕਿਸੇ ਪਿੰਡ ਦੇ ਵਿੱਚ ਮੁਹੱਲਾ ਸੀ। ਉਹ ਮੁਹੱਲੇ ਦੇ ਵਿੱਚ ਇੱਕ ਪਾਸੇ ਇੱਕ ਬੜੇ ਭਜਨੀਕ ਬੰਦੇ ਰਹਿੰਦੇ ਸੀ, ਪ੍ਰਚਾਰਕ ਰਹਿੰਦੇ ਸੀ, ਔਰ ਸਾਰਾ ਦਿਨ ਉਹਨਾਂ ਦੇ ਘਰ ਆਵਾਜਾਈ ਹੁੰਦੀ ਸੀ, ਔਰ ਸਾਰਾ ਦਿਨ ਪਾਠ ਪੂਜਾ ਹੋਣੀ ਉਹਨਾਂ ਦੇ ਘਰ, ਕੀਰਤਨ ਹੋਣਾ ਉਹਨਾਂ ਦੇ ਘਰ। ਬੜਾ ਹੀ ਵਧੀਆ ਮਾਹੌਲ ਸੀ ਉਹਨਾਂ ਦੇ ਘਰ ਦਾ। ਤੇ ਦੂਸਰੇ ਪਾਸੇ ਇੱਕ ਐਸੀ ਇਸਤਰੀ ਰਹਿੰਦੀ ਸੀ ਜਿਹੜੀ ਕਿ ਨਾਚ ਗਾਣਾ ਕਰਦੀ ਸੀ, ਔਰ ਉੱਥੇ ਆਏ ਗਏ ਲਈ ਮਦਰਾ ਵਰਤਾਈ ਜਾਂਦੀ ਸੀ, ਸ਼ਰਾਬ ਵਰਤਾਈ ਜਾਂਦੀ ਸੀ, ਔਰ ਲੋਕ ਉਸ ਇਸਤਰੀ ਦਾ ਨਾਚ ਗਾਣਾ ਦੇਖਦੇ ਔਰ ਉਹਦਾ ਸੰਗ ਕਰਦੇ। ਇਹ ਦੋਨੇ ਮਤਲਬ ਪੋਜ਼ਿਟਿਵ ਤੇ ਨੈਗੇਟਿਵ, ਜੋ ਅਕੋਰਡਿੰਗਲੀ ਅਸੀਂ ਸੋਚਦੇ ਹਾਂ ਕਿ ਚੰਗਾ ਵੀ ਤੇ ਮਾੜਾ ਵੀ, ਇਹ ਉਸ ਪਿੰਡ ਦੇ ਵਿੱਚ, ਉਸ ਮੁਹੱਲੇ ਦੇ ਵਿੱਚ, ਉਸ
ਘਰਾਂ ਦੇ ਵਿੱਚ ਉੱਥੇ ਇਹ ਵਰਤਾਰਾ ਵਰਤਦਾ ਸੀ। ਸਮਾਂ ਲੰਘਦਾ ਗਿਆ, ਇਸ ਤਰ੍ਹਾਂ ਹੀ ਚੱਲਦਾ ਗਿਆ ਜੀ। ਉਹ ਸੰਤ ਜੀ ਆਪਣੀ ਥਾਂ ਤੇ ਪ੍ਰਚਾਰ ਕਰੀ ਗਏ, ਕੀਰਤਨ ਕਰੀ ਗਏ, ਰਾਮ ਨਾਮ ਜਪੀ ਗਏ, ਜਪਾਈ ਗਏ, ਤੇ ਇੱਧਰ ਉਹ ਜਿਹੜੀ ਇਸਤਰੀ ਸੀ, ਉਹ ਆਪਣਾ ਕਾਰੋਬਾਰ ਉਹਦਾ ਚੱਲ ਰਿਹਾ ਸੀ। ਤੇ ਉਹ ਸਬੱਬੀ ਉਹ ਦੋਨਾਂ ਦੀ ਇੱਕੋ ਦਿਨ ਮੌਤ ਹੋ ਗਈ। ਮੌਤ ਹੋ ਗਈ ਤੇ ਉਹ ਹੁਣ ਧਰਮਰਾਜ ਦੇ ਲੇਖਾ ਦੇਣ ਵਾਸਤੇ ਲਾਈਨ 'ਚ ਲੱਗੇ ਹੋਏ ਆ। ਸੰਤ ਜੀ ਦੀ ਵਾਰੀ ਆਈ ਪਹਿਲੋਂ। ਤੇ ਉਹਨਾਂ ਦਾ ਲੇਖਾ ਜੋਖਾ ਦੇਖਿਆ, ਸਕਿੰਟ ਦੇ ਵਿੱਚ ਉਹਨਾਂ ਨੇ ਹੁਕਮ ਚਾੜਤਾ ਵੀ ਇਹਨੂੰ ਨਰਕਾਂ ਵਾਲੇ ਪਾਸੇ ਘੱਲੋ, ਨਰਕਾਂ ਵਾਲੇ ਪਾਸੇ ਇਹਨੂੰ ਭੇਜ ਦਿਓ। ਨਾਲ ਦੀ ਨਾਲ ਹੀ ਉਸ ਇਸਤਰੀ ਦੀ ਵਾਰੀ ਵੀ ਆਈ ਤੇ ਉਹ ਬਿਲਕੁਲ ਥੋੜੇ ਸਮੇਂ 'ਚ ਉਹਨੇ ਕਹਿਤਾ ਇਹਨਾਂ ਨੂੰ ਆਦਰ ਮਾਣ ਦੇ ਨਾਲ ਸਵਰਗਾਂ ਦੇ ਰਸਤੇ ਉੱਤੇ ਪਾ ਦਿਓ। ਉਹ ਸੰਤ ਜੀ ਦੇ ਕੰਨੀ ਕਿਤੇ ਗੱਲ ਪੈ ਗਈ, ਉਹ ਉੱਥੇ ਰੌਲਾ ਪਾ ਲਿਆ। ਉਹਨਾਂ ਨੇ ਕਹਿੰਦੇ ਜੀ ਇਹ ਕਿੱਦਾਂ ਹੋ ਸਕਦਾ? ਮੈਂ ਤੇ ਸਾਰੀ ਜ਼ਿੰਦਗੀ ਜਿਹੜਾ ਪ੍ਰਚਾਰ ਕੀਤਾ, ਕੀਰਤਨ ਕੀਤਾ, ਪਾਠ ਕੀਤੇ ਆ, ਰਾਮ ਨਾਮ ਆਪ ਵੀ ਜਪਿਆ, ਲੋਕਾਂ ਨੂੰ ਵੀ ਜਪਾਇਆ। ਤੁਸੀਂ ਮੈਨੂੰ ਕਹਿ ਰਹੇ ਹੋ ਨਰਕਾਂ ਦਾ ਰਾਸਤਾ, ਔਰ ਇਹਨੂੰ ਜਿਹੜੇ ਇਹਨੇ ਕਦੇ ਚੰਗਾ ਕੰਮ ਕੀਤਾ ਹੀ ਨਹੀਂ, ਕੱਖ ਚੰਗਾ ਕੀਤਾ ਹੀ ਨਹੀਂ, ਔਰ ਇਹਨੂੰ ਤੁਸੀਂ ਕਹਿ ਰਹੇ ਹੋ ਸਵਰਗਾਂ ਦੇ ਪਾਸੇ ਇਹਨੂੰ ਰਾਸਤਾ ਦਿਓ। ਤੇ ਉਹ ਚਲੋ ਉਹਨਾਂ ਦੀ ਤਸੱਲੀ ਵਾਸਤੇ ਉਹਨਾਂ ਨੇ ਦੋਨਾਂ ਨੂੰ ਬੁਲਾਇਆ ਤੇ ਕਹਿੰਦੇ ਸੰਤ ਜੀ ਵੀ ਅਸੀਂ ਤੁਹਾਨੂੰ ਇਹਦਾ ਜਵਾਬ ਦਿੰਦੇ ਹਾਂ। ਬੈਠ ਗਏ ਜੀ। ਧਰਮਰਾਜ ਨੇ ਸਾਰਾ ਰਿਕਾਰਡ ਉਹਨਾਂ ਦਾ ਚੈੱਕ ਕਰਕੇ ਉਹਨਾਂ ਨੂੰ ਕਹਿੰਦੇ ਜੀ ਸੰਤ ਜੀ ਤੁਸੀਂ ਫਿਜ਼ੀਕਲੀ ਸਾਰਾ ਕੁਝ ਕਰਦੇ ਸੀ, ਠੀਕ ਹੈ, ਪਰ ਤੁਹਾਡਾ ਜਿਹੜਾ ਮਨ ਸੀ ਨਾ, ਜਿਹੜਾ ਅੰਦਰੋਂ ਹਮੇਸ਼ਾ ਉਸ ਇਸਤਰੀ ਦੇ ਘਰ ਵਿੱਚ ਰਹਿੰਦਾ ਸੀ। ਤੁਸੀਂ ਸੋਚਦੇ ਸੀ ਵੀ ਮੈਂ ਤੇ ਇੱਥੇ ਆ ਪ੍ਰਚਾਰ ਕਰਨ ਲੱਗਿਆ, ਉਹ ਜਿਹੜੇ ਲੋਕ ਉਧਰ ਜਾ ਰਹੇ ਨੇ ਪਤਾ ਨਹੀਂ ਕਿੰਨੇ ਆਨੰਦ 'ਚ ਹੋਣਗੇ, ਕਿੰਨੀਆਂ ਖੁਸ਼ੀਆਂ ਉਹ ਹਾਸਲ ਕਰ ਰਹੇ ਹੋਣਗੇ, ਕਿੰਨੇ ਮਜ਼ੇ ਉਹ ਲੁੱਟ ਰਹੇ ਹੋਣਗੇ। ਇਹ ਤੁਹਾਡੇ ਵਿਚਾਰ ਜਿਹੜੇ ਅੰਦਰ ਚੱਲਦੇ ਸੀ, ਔਰ ਵਿਚਾਰਾਂ ਦੀ ਜਿਹੜੀ ਸਾਂਝ ਹੈ, ਸਾਰੀ ਖੇਡ ਹੀ ਇੱਥੇ ਤੇ ਲਿਖੀ ਹੈ ਮਨ ਕਹਿ ਪਾਏ। ਇਹ ਸ਼ਬਦ ਹੈ ਮਹੱਲੇ ਪਹਿਲੇ ਦਾ, ਇਹ ਬਿਲਕੁਲ ਸੰਬੰਧਿਤ ਸ਼ਬਦ ਹੈ। ਮੈਂ ਸ਼ਬਦ ਇੱਥੇ ਸਕਰੀਨ ਤੇ 1 ਸੈਕਿੰਡ ਵਾਸਤੇ ਸਾਂਝਾ ਕਰਦਾ ਸਾਰਿਆਂ ਨਾਲ। ਉਹ ਸੰਤ ਜੀ ਨੂੰ ਕਹਿੰਦੇ ਜੀ ਅਸੀਂ ਤੇ ਮਨ ਦੇ ਹਿਸਾਬ ਨਾਲ ਜਿਹੜਾ ਇੱਥੇ ਫੈਸਲਾ ਕਰਦੇ ਆ, ਮਨ ਦੇ ਹਿਸਾਬ ਨਾਲ ਤੁਹਾਡਾ ਇੱਥੇ ਫੈਸਲਾ ਹੋਣਾ। ਤੇ ਉਹ ਕਹਿੰਦੇ ਜੀ ਤੁਸੀਂ ਸੋਚਦੇ ਸੀ ਨਾ ਏਦਾਂ ਹੀ? ਕਹਿੰਦੇ ਜੀ ਸੋਚਦਾ ਤੇ ਸੀ। ਮੈਂ ਸ਼ਬਦ ਦੇ ਬਰੀਫ ਚ ਪੜੂੰਗਾ ਇੱਥੇ। ਮਹੱਲਾ ਪਹਿਲਾ, ਪੋਥੀ ਪੰਨਾ 1237, 1237। ਨਾ ਭੀਜੈ ਰਾਗੀ ਨਾਦੀ ਵੇਦ, ਰਾਗ ਗਾਉਣ ਨਾਲ, ਸਾਜ਼ ਵਜਾਉਣ ਨਾਲ, ਹੋਰ ਧਾਰਮਿਕ ਪੁਸਤਕਾਂ ਪੜ੍ਹਨ ਦੇ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ। ਨਾ ਭੀਜੈ ਸੁਰਤੀ ਗਿਆਨੀ ਜੋਗ, ਸਮਾਧੀ ਲਾਇਆ, ਗਿਆਨ ਚਰਚਾ ਕੀਤਿਆਂ, ਯੋਗ ਦੇ ਸਾਧਨ ਕੀਤਿਆਂ, ਕੋਈ ਉਹਦੇ ਤੇ ਅਕਾਲ ਪੁਰਖ ਤੇ ਅਸਰ ਨਹੀਂ। ਇਹ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ, ਇੱਕ ਗੱਲ ਯਾਦ ਰੱਖਿਓ, ਇਹ ਵਿਚਾਰ ਨਾਮ ਜਪਣ ਵਾਸਤੇ ਕਰਦੇ ਆ, ਨਾਮ ਦੀ ਸਾਂਝ ਪਾਈਏ। ਆਪਾਂ ਜਿਹੜਾ ਟਾਈਮ ਇੱਥੇ ਲਾਈਦਾ, ਬੜੀ ਮਿਹਨਤ ਦੇ ਨਾਲ, ਮੁਸ਼ੱਕਤ ਦੇ ਨਾਲ ਆਪਾਂ ਇੱਥੇ ਵਿਚਾਰ ਕਰਦੇ ਆ, ਆਪਣਾ ਟਾਈਮ ਲਾ ਕੇ ਇਹ ਨਾਮ ਜਪਣ ਵਾਸਤੇ ਕਰਦੇ ਆ। ਸੋ ਇਹ 1 ਘੰਟਾ ਜੇ ਅਸੀਂ ਸੁਣੀਏ ਤੇ ਤਕਰੀਬਨ 1 ਘੰਟਾ ਰੋਜ਼ ਦਾ ਸਾਡਾ ਨਾਮ ਸਿਮਰਨ, ਨਾਮ ਅਭਿਆਸ ਜਿਹੜਾ ਉਹ ਰੋਜ਼ ਹੋਣਾ ਚਾਹੀਦਾ ਮਿਨੀਮਮ। ਇਸ ਤੋਂ ਬਾਅਦ ਵੱਧ ਜਿਹੜਾ ਹੈ ਉਹਦੀ ਬਖਸ਼ਿਸ਼ ਹੋਏਗੀ ਤੇ ਉਹ ਆਪ ਤੁਹਾਨੂੰ ਦਾਤ ਬਖਸ਼ੇਗਾ।
ना भीजै सोगी कीतै रोज, ना भीजै रूपी माली रंग, ना भीजै तीरथ भवियै नंग, ना भीजै दाती कीतै पुन। ਦਾਨ ਪੁੰਨ ਕਰਦੇ, ਕੋਈ ਸੰਤਾਂ ਨੂੰ ਗੱਡੀਆਂ ਹੀ ਚਾੜੀ ਜਾਂਦੇ ਸਾਲ ਦੀਆਂ 2-2। ਨਾ ਭੀਜੈ ਬਾਹਰ ਬੈਠਿਆਂ ਸੁਣ, ਨਾ ਭੀਜੈ ਭੇੜ ਮਰਹੇ ਭੇੜ ਸੂਰ। ਲੜ ਲੜ ਕੇ ਜਿਹੜੇ ਵੀ ਅਸੀਂ ਆਹ ਹਿਸਟੋਰੀ ਆ ਜੀ ਧਰਮ ਦੀ ਖਾਤਰ ਬੰਦਾ ਜਾਨ ਦੇਣ ਚੱਲਿਆ, ਸਾਫ਼ ਲਿਖਿਆ ਗੁਰਬਾਣੀ ਬ੍ਰਹਮ ਗਿਆਨ ਦੀਆਂ ਗੱਲਾਂ ਦੇਖੋ ਕਿੰਨੀ ਉਚਾਈ ਤੱਕ ਜਾਂਦੀਆਂ ਨੇ। ਨਾ ਭੀਜੈ ਭੇੜ ਮਰਹੇ ਭੇੜ ਸੂਰ। ਬਾਂਝਾ ਕਹਿੰਦੇ ਤੂੰ ਸੂਰਾ ਜਿੰਨਾ ਮਰਜੀ ਵੱਡਾ, ਕੋਈ ਅਸਰ ਨਹੀਂ ਪਰਮਾਤਮਾ ਦੇ ਉੱਤੇ। ਨਾ ਭੀਜੈ ਕੀਤੇ ਹੋਵੇਂ ਧੂੜ, ਲੇਖਾ ਲਿਖੀਐ ਮਨ ਕਹਿ ਪਾਏ। ਆਹ ਗੱਲ ਤੇ ਆਪਾਂ ਆਉਣਾ ਕਿ ਤੁਹਾਡੇ ਮਨ 'ਚ ਕੀ ਚੱਲਦਾ, ਮਨ ਕੀ ਕਹਿੰਦਾ, ਮਨ ਕਿਸ ਤਰ੍ਹਾਂ ਦਾ, ਉਹ ਤੁਹਾਡਾ ਲੇਖਾ ਲਿਖਿਆ ਜਾਣਾ। ਉਸ ਦੇ ਅਨੁਸਾਰ ਪਰਖ ਹੋਣੀ। ਅੱਗੇ ਲਿਖਿਆ ਨਾਨਕ ਛਾਪ ਭੀਜੈ ਸਾਚੇ ਨਾਏ। ਅਕਾਲ ਪੁਰਖ ਦੇ ਉੱਤੇ ਜੇ ਪਰਮਾਤਮਾ ਦੇ ਉੱਤੇ ਅਸਰ ਹੈ, ਉਹ ਹੈ ਨਾਮ ਜਪਣ ਦਾ, ਨਾਮ ਅਭਿਆਸ ਦਾ। ਨਾਨਕ ਭੀਜੈ ਸਾਚੇ ਨਾਏ। ਅਕਾਲ ਪੁਰਖ ਜੇ ਭੇਜਦਾ ਹੈ, ਜੇ ਪਸੀਚਦਾ ਹੈ, ਉਹ ਕੇਵਲ ਨਾਮ ਜਪਣ ਕਰਕੇ ਪਸੀਚਦਾ। ਸੋ ਇਹ ਕਈ ਵਾਰੀ ਗੱਲ ਜਿਹੜੀ ਆ ਬੜੀ ਕੌੜੀ ਲੱਗ ਜਾਂਦੀ ਹੈ। ਗੁਰਬਾਣੀ ਦਾ ਬ੍ਰਹਮ ਗਿਆਨ ਹੈ, ਵੱਧ ਤੋਂ ਵੱਧ। ਔਰ ਅਸੀਂ ਮੈਂ ਵੱਧ ਤੋਂ ਵੱਧ ਕਿ ਕੇਵਲ ਤੇ ਕੇਵਲ ਜਪਣਾ ਹੀ ਨਾਮ ਹੈ, ਹੋਰ ਕੰਮ ਜਿਹੜੇ ਨੇ ਵਿਅਰਥ ਨੇ। ਆਪਾਂ ਸ਼ਬਦ ਤਕਰੀਬਨ ਵਿਸਾਖੀ ਤੋਂ ਆਪਾਂ ਲੱਗੇ, ਅਪ੍ਰੈਲ ਦੇ ਪਹਿਲੇ ਹਫਤੇ ਤੋਂ ਆਪਾਂ ਲੱਗੇ ਹਾਂ ਇਸ ਪਾਸੇ। ਮਈ, ਜੂਨ, ਜੁਲਾਈ, ਅਗਸਤ ਆ ਗਿਆ। ਅਸੀਂ 31 ਮਈ ਤੋਂ ਅਸੀਂ ਰਿਕਾਰਡਿੰਗਸ ਵੀ ਕਰ ਕਰਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੀ ਚਲੋ ਸੰਗਤਾਂ ਦੀ ਡਿਮਾਂਡ। ਮੇਰਾ ਮਨ ਨਹੀਂ ਸੀ, ਪਰ ਸੰਗਤਾਂ ਨੇ ਕਿਹਾ ਕਿ ਇਹ ਚਾਹੀਦਾ ਬਾਅਦ 'ਚ ਸੁਣਨ ਵਾਸਤੇ, ਸਾਨੂੰ ਲੋੜ ਹੁੰਦੀ ਹੈ। ਤੇ ਨਾਲ ਨਾਲ ਅਸੀਂ ਕਿਹਾ ਚਲੋ ਸਾਡਾ ਕੋਈ ਜ਼ੋਰ ਨਹੀਂ ਲੱਗਣਾ, ਅਸੀਂ ਉਹ ਵੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪਰ ਲੇਕਿਨ ਇਹ ਇਹਨਾਂ ਦੇ ਫਾਇਦੇ ਤਾਂ ਨੇ ਜੇ ਅਸੀਂ ਨਾਮ ਜਪਣਾ। ਇਹ ਯਾਦ ਰੱਖਿਓ, ਹਰ ਸ਼ਬਦ ਦੇ ਵਿੱਚ, ਹਰ ਬ੍ਰਹਮ ਗਿਆਨ ਦੇ ਸ਼ਬਦ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਾਮ ਜਪਣਾ ਕਿੰਨਾ ਜ਼ਰੂਰੀ ਹੈ, ਕਿੰਨਾ ਲੋੜੀਂਦਾ ਹੈ। ਨਾਮ ਜਪਣ ਦੇ ਨਾਲ ਹੀ ਹਰ ਚੀਜ਼ ਦੀ ਜਿਹੜੀ ਹੈ ਸਾਨੂੰ ਗਿਆਨ ਹੋਣਾ, ਨਾਮ ਜਪਣ ਦੇ ਨਾਲ ਸਾਡੀ ਅਵਸਥਾ ਚੇਂਜ ਹੋਣੀ ਹੈ, ਸਾਡਾ ਕੈਰੈਕਟਰ ਚੇਂਜ ਹੋਣਾ, ਸਾਡੀ ਸੋਚ ਚੇਂਜ ਹੋਣੀ ਹੈ। ਜਿਹੜਾ ਮਨ, ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮੂਲ ਪਛਾਣਨ ਤੱਕ ਜਿਹੜੀ ਸੂਝ ਬੂਝ ਆਉਣੀ ਹੈ, ਉਹ ਨਾਮ ਜਪ ਕੇ ਹੀ ਆਉਣੀ ਹੈ। ਦੂਜਾ ਕੋਈ ਵੀ ਰਾਸਤਾ ਗੁਰਬਾਣੀ ਦੇ ਵਿੱਚ ਸਾਨੂੰ ਨਹੀਂ ਦੱਸਿਆ ਗਿਆ। ਬਾਕੀ ਸਾਰੇ ਜੋ ਵੀ ਸਾਧਨ ਨੇ, ਤੁਸੀਂ ਚੰਗੇ ਨਚਾਰ ਬਣ ਜਾਓ, ਕਿਉਂਕਿ ਨੱਚਣਾ ਵੀ ਧਰਮ ਦਾ ਹਿੱਸਾ ਹੈ। ਕਈਆਂ ਧਰਮਾਂ ਦਾ ਅਸੀਂ ਨਿੰਦਦੇ ਨਹੀਂ ਹੈ ਕਿਸੇ ਧਰਮ ਨੂੰ, ਲੇਕਿਨ ਅਸੀਂ ਗੱਲ ਜ਼ਰੂਰ ਕਰਾਂਗੇ ਕਿ ਫਲਾਣੇ ਧਰਮ ਦੇ ਵਿੱਚ ਨੱਚਣਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਫਲਾਣੇ ਧਰਮ ਦੇ ਵਿੱਚ ਗਾਉਣਾ ਬਹੁਤ ਪਵਿੱਤਰ ਮੰਨਿਆ ਜਾਂਦਾ, ਫਲਾਣੇ ਧਰਮ ਦੇ ਵਿੱਚ ਵਰਤ ਰੱਖਣੇ ਬਹੁਤ ਪਵਿੱਤਰ ਮੰਨੇ ਜਾਂਦੇ ਨੇ, ਫਲਾਣੇ ਧਰਮ ਦੇ ਵਿੱਚ ਰੋਜ਼ੇ ਰੱਖਣੇ ਬੜੇ ਪਵਿੱਤਰ ਮੰਨੇ ਜਾਂਦੇ ਨੇ। ਠੀਕ ਹੈ, ਉਹ ਸਤਿਕਾਰ ਹੈ ਸਾਰਿਆਂ ਦਾ, ਉਹਨਾਂ ਦੇ ਆਪਣੇ ਅਸੂਲ ਨੇ। ਲੇਕਿਨ ਬਾਬੇ ਨਾਨਕ ਦੀ ਜਿਹੜੀ ਸਿੱਖੀ ਹੈ ਉਹ ਇਹਨਾਂ ਗੱਲਾਂ ਤੋਂ ਪਰੇ ਹੈ। ਤਾਈਓ ਬਾਬੇ ਨਾਨਕ ਦਾ ਘਰ ਅਵੱਲਾ ਹੈ, ਤਾਈਓ ਬਾਬੇ ਨਾਨਕ ਦਾ ਘਰ ਖਾਸ ਹੈ, ਤਾਈਓ ਬਾਬੇ ਨਾਨਕ ਦੇ ਘਰ ਦੇ ਵਿੱਚ ਸਫਲਤਾ ਹੈ। ਕਬ ਕੋ ਲੋਗਨ ਕੋ ਪਤੀ ਆਵੇ, ਕਹਿੰਦੇ ਸਾਰੀਆਂ ਜਿਹੜੀਆਂ ਗੱਲਾਂ ਠੀਕ ਨੇ, ਪਰ ਇਹ ਤੇ ਹੰਕਾਰ ਪੈਦਾ ਕਰਨਗੀਆਂ ਵੀ ਮੈਂ ਤੇ ਕੀਰਤਨ ਬੜਾ ਵਧੀਆ ਕਰਦਾ, ਮੈਂ ਤੇ ਨੱਚਦਾ ਬਹੁਤ ਸੋਹਣਾ। ਕਹਿੰਦੇ ਪਰ ਇਹ ਨਾ ਸਮਝੀ ਕਿ ਅਕਾਲ ਪੁਰਖ ਦੇ ਘਰ ਤੈਨੂੰ ਕੋਈ ਇੱਜ਼ਤ ਮਾਣ ਮਿਲ ਜਾਏਗਾ। ਇਹ ਨੱਚ ਨੱਚ ਕੇ ਨਹੀਂ ਹੋਣਾ। ਜਪੋ ਤਾਂ ਏਕੋ ਨਾਮਾ
अवर निरा फल कामा। फिर इस चीज की वैल्यू की है, ये लिखण की बाबे नानक की की वैल्यू है जे असीं वो काम करना ही नहीं। जप बाणी च असीं रोज पढ़ते हैं जी, लख लख गीड़ा आखी है एक नाम जगदीश। ये सामने गुरबाणी के दर्शन बड़े जरूरी ने। पहली गल ये विचार कर लो, गुरबाणी के दर्शन बड़े जरूरी ने। इत्थे गुरबाणी याद करवाती जाती है जी, बड़ा प्राइज दिते जाते बच्चों को। ठीक है, वो बच्चों वास्ते जी पहली चीज है वो ठीक है। कुछ है इनिशियल स्टेज वास्ते बहुत अच्छी गल है। लख लख गीड़ा आखी है एक नाम जगदीश। कखे नू औंकड़, एक नू औंकड़, नाम दे मम्मे नू औंकड़। इस तो पहला है की है? इस तो पहला है एक दो जीबों लख होए, लख होवे लख वी लख वीस। कहते एक जीभ तो लखां जीबां हो जाण ते लखां जीबां तो उन्हां नू 20 नाल गुणा कर लो। जिन्नियां लखां मन लो उन्हां नू 20 नाल गुणा कर। ते कहण दी गल है, ये एक ਆਪਾਂ नहीं कहते तेरे अगे 36 तुरे फिरदे, वो एक नंबर है बन गया वो साडा फिगर ऑफ स्पीच। एक दो जीबों लख होवे लख वीस। कहते कम केड़ा करना, कम परवान केड़ा है, किहड़े कम नू मानता है, वो है लख लख गेड़ा आखी है एक नाम जगदीश। कहते फिर भी लखां बारी नाम जप, क्योंकि यही जरूरी है, ਇਹਦੇ ਨਾਲ ਹੀ ਭਲਾ ਹੈ, ਇਹਦੇ ਨਾਲ ਹੀ ਤੂੰ ਪਰਮਾਤਮਾ ਨੂੰ ਪਾ ਸਕਦਾ, ਅਦਰਵਾਈਜ਼ ਕੋਈ ਦੂਸਰਾ ਰਾਹ ਨਹੀਂ ਹੈ। ਆ ਹੁਣ ਚੀਜ਼ ਇੰਪੋਰਟੈਂਟ ਹੈ। ਏਤ ਰਾਹੇ ਰਸਤੇ ਦੇ ਉੱਤੇ ਪਤ, ਇਹਦੀ ਜਿਹੜੀ ਸਪੇਸ ਆਉਣੀ ਹੈ ਨਾ, ਉਹ ਅਸਲ ਚ ਪਤ ਦੇ ਉੱਤੇ ਆਉਣੀ ਹੈ। ਇਹ ਦੇਖੋ ਇੱਥੇ ਵੀ ਇਹਨਾਂ ਨੇ ਸਪੇਸ ਜਿਹੜੀ ਹੈ ਗਲਤ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਕਿਰਪਾ ਕਰਨ। ਅਸੀਂ ਕੋਈ ਦਾਵਾ ਨਹੀਂ ਕਰਦੇ ਵੀ ਅਸੀਂ ਠੀਕ ਹਾਂ, ਲੇਕਿਨ ਜੋ ਗੁਰਬਾਣੀ ਗਿਆਨ ਦਿੰਦੀ ਹੈ ਉਹਨੂੰ ਅਸੀਂ ਉਸੇ ਤਰ੍ਹਾਂ ਖੋਲਣਾ। ਏਤ ਰਾਹੇ ਪਤ, ਇਸੇ ਰਾਹ ਤੇ ਇੱਜ਼ਤ ਹੋਣੀ ਹੈ। ਵਾਹਿਗੁਰੂ 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 ਵਾਹਿਗੁਰੂ। कब को लोगन को पति आवे, ये लोगों के सामने मोस्टली ऐसा होंदा कि बंदा हुंदा कुछ होर है और वो बाहर शो करन दी कुछ होर प्रवृत्ति रखदा। हर बंदे दे अंदर पता नहीं की है, लेकिन वो ऐसा सोसाइटी च इदां फिट होना चाहुंदा भी मेरे वर्गा वधिया बंदा ही कोई नहीं। कदों तक ये कर करके आपां लोकां नूं पतिआउंदे रहांगे? कदों तक? अंत नूं अखीर नूं लेखा होना, धर्मराज ने लेखा मंग लेना। तलबां पौसण आकियां, तलबां पौसण आकियां। ये इंडिया के जिहड़े कोर्ट हुंदे ने, जिहड़े तहसीलां तहसूलां च आपां देखदे हां, चलो दलीप सिंह पुत्र महेंद्र सिंह हाजिर हो, उत्थे आवाज पैंदी है इदां। सेम करके आवाज उत्थे भी इदां ही पैनी है, आ जा भी इधर नूं, तेरा लेखा होण लगा। ये उत्थे नहीं लुकिया जाना, ना लुकाया जाना उत्थे, ना कुछ नहीं होना उत्थे। सब कुछ अगलियां ने कढ के रख लेना भी तू, तेरे मन च की चलदा सी, इधर आ जा। सो एत राह पत, जिहड़ा नाम जपना, इस रस्ते इज्जत मिलनी है।
पत पवड़िया नहीं है, यह है पवड़ियां। ਐੜੇ ਨੂੰ ਕੰਨਾਂ ਤੇ ਉਹਦੇ ਉੱਤੇ ਬਿੰਦੀ ਹੋਏ ਆਏਗਾ, ਜਿਹੜਾ ਪ੍ਰੋਨਾਂਸੀਏਸ਼ਨ ਨਾਸਕੀ ਆਏਗਾ। ਇਹ ਤਰ੍ਹਾਂ ਇਹ ਪਤ ਪਵੜੀਆਂ ਚੜੀ ਹੈ। ਡੇ ਬਾਏ ਡੇ ਤੇਰੀ ਅਵਸਥਾ ਉੱਚੀ ਹੋਏਗੀ, ਪਰਮਾਤਮਾ ਵਾਲੇ ਪਾਸੇ ਨੂੰ ਵੱਧਦਾ ਜਾਏਗਾ, ਔਰ ਇੰਨਾ ਵਧੇਗਾ ਕਿ ਹੋਏ 21 ਉਹਦੇ ਨਾਲ ਇੱਕ ਮਿਕ ਹੋ ਜਾਏਗਾ, ਨਾਮ ਜਪ ਕੇ, ਨਾਮ ਅਭਿਆਸ ਦੇ ਨਾਲ। ਇਹ ਚੀਜ਼ ਅਸੀਂ ਪਹਿਲਾਂ ਵੀ ਵਿਚਾਰੀ ਹੈ, ਲੇਕਿਨ ਜ਼ਰੂਰੀ ਹੈ ਕਿ ਜਿੱਥੇ ਸਾਨੂੰ ਇਹ ਚੀਜ਼ ਲੱਗੇ ਕਿ ਸਾਨੂੰ ਰਿਪੀਟ ਕਰਨਾ, ਉੱਥੇ ਜ਼ਰੂਰੀ ਹੋ ਜਾਂਦਾ। ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੇ ਰਬਾਬ। ਇਹ ਸਾਰੇ ਜਿਹੜੇ ਕੰਮ ਨੇ ਨਾ, ਇਹ ਪ੍ਰਵਾਨ ਹੀ ਨਹੀਂ ਉੱਥੇ ਮੁੱਕਦੀ ਗੱਲ, ਇਹ ਉੱਥੇ ਪ੍ਰਵਾਨ ਹੀ ਨਹੀਂ ਹੋਣੇ। ਲੋਕ ਪਤੀਣੇ ਨਾ ਪਤ ਹੋਏ, ਜਿੰਨਾ ਮਰਜ਼ੀ ਵਧੀਆ ਬਣੀ ਜਾ ਲੋਕਾਂ ਦੇ ਅੱਗੇ, ਕੋਈ ਉੱਥੇ ਨਹੀਂ, ਕੋਈ ਇੱਥੇ ਠੀਕ ਹੈ, ਸਫਲ ਵੀ ਹੋ ਜਾਾਂਗੇ ਅਸੀਂ, ਪਰ ਉੱਥੇ ਨਹੀਂ ਲੁਕਣੀ ਇਹ ਚੀਜ਼। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਤਾਂ ਜੈ ਜੈ ਕਰੇ ਸਭ ਕੋਈ। ਨਾਮ ਜਪੀ ਜਾ, ਚੁੱਪ ਕਰਕੇ ਉਹਦਾ ਜਨ ਬਣ। ਜਨ ਨਾਨਕ, ਪਹਿਲਾਂ ਤੇ ਨਾਨਕ ਵੀ ਜਨ ਹੈ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨ ਹਾਰੋ। ਇੰਨੀ ਗਰੀਬੀ ਚਾਓ, ਇੰਨੀ ਗਰੀਬੀ ਚਾਓ, ਦਾਸਾਂ ਦੇ ਦਾਸ ਬਣ ਜਾਓ। ਪਰ ਹਿਰਦੇ ਦੇ ਵਿੱਚ ਸ਼ਬਦ, ਜਿਹੜਾ ਸ਼ਬਦ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਉਹਦਾ ਧਿਆਉਣਾ ਹੋਵੇ, ਉਹਦਾ ਧਿਆਨ ਹੋਵੇ ਹਮੇਸ਼ਾ। ਨਾਮ ਜਪ ਜਪ ਕੇ, ਨਾਮ ਤੋਂ ਬਾਅਦ ਫਿਰ ਧਿਆਨ, ਧਿਆਨ ਤੋਂ ਬਾਅਦ ਫਿਰ ਤੀਜੀ ਅਵਸਥਾ ਹੈ ਸਿਮਰਨ, ਔਰ ਸਿਮਰਨ ਤੋਂ ਬਾਅਦ ਫਿਰ ਚੌਥੀ ਅਵਸਥਾ ਹੈ ਸੰਭਾਲਣ ਦੀ। ਸੋ ਹਰ ਥਾਂ ਤੇ ਨਾ ਲਫ਼ਜ਼ ਫਿੱਟ ਕਰਿਆ ਕਰੀਏ ਵੀ ਉਹ ਨਾਮ ਸਿਮਰਨ ਆ ਜੀ, 3 ਤੋਂ 5 ਨਾਮ ਸਿਮਰਨ ਹੋਊਗਾ, ਸਾਰੇ ਆਓ। ਉਹ ਸਿਮਰਨ ਨਹੀਂ ਹੈ, ਉਹ ਨਾਮ ਅਭਿਆਸ ਹੈ, ਨਾਮ ਦਾ ਜਪਣਾ ਹੈ। ਸਿਮਰਨ ਜਿਹੜਾ ਹੈ ਉਹ ਕਦੇ ਸਟਾਪ ਨਹੀਂ ਹੁੰਦਾ, ਅੰਦਰੋਂ ਤੁਹਾਡੇ ਚੱਲਦਾ ਸ਼ਬਦ ਤੁਹਾਨੂੰ ਬ੍ਰਹਿਮੰਡ ਦੇ ਵਿੱਚੋਂ ਉਹ ਧੁਨੀ ਸੁਣਨੀ ਸ਼ੁਰੂ ਹੋ ਜਾਂਦੀ ਹੈ, ਕੰਨਾਂ ਦੇ ਵਿੱਚ ਤੁਹਾਡੇ ਹਮੇਸ਼ਾ ਉਹ ਧੁਨੀ ਵੱਜਦੀ ਹੈ। ਰਸਨਾ ਤੁਹਾਡੀ ਨਾ ਵੀ ਕੰਮ ਕਰੇ, ਨਾ ਵੀ ਬੋਲੇ, ਪਰ ਤੁਹਾਡੇ ਜਿਹੜੇ ਸਰਵਣ ਨੇ ਉਹ ਧੁਨੀ ਨੂੰ ਸੁਣਦੇ ਹੋਣਗੇ। ਇਹਨੂੰ ਕਿਹਾ ਸਿਮਰਨ, ਕੰਟੀਨਿਊਸਲੀ, ਲਗਾਤਾਰ ਜਿਹੜੀ ਅਵਸਥਾ ਹੈ। ਸ਼ਬਦਾਂ ਰਾਹੀਂ ਅਸੀਂ ਇਹ ਅੱਗੇ ਜਾ ਕੇ ਗੱਲਾਂ ਕਰਾਂਗੇ। ਸੋ ਅੰਦਰ ਮਨ ਦੇ ਵਿੱਚ ਰਸਨਾ ਦੇ ਨਾਲ ਨਾਮ ਜਪ ਜਪ ਕੇ ਅਸੀਂ ਧਿਆਨ ਤੱਕ ਪਹੁੰਚਣਾ, ਤਾਂ ਜੈ ਜੈ ਕਰੇ ਸਭ ਕੋਈ। ਇਹ ਜੈ ਜੈਕਾਰ ਦੁਨਿਆਵੀ ਨਹੀਂ ਹੈ, ਇਹ ਆਤਮਿਕ ਜੈ ਜੈਕਾਰ ਹੈ। ਜਿਹੜੇ ਭਗਤ ਜਨ, ਹੋਰ ਜਿਹੜੇ ਅਭਿਆਸੀ ਜਨ ਅੱਗੇ ਰਾਹ ਦੇ ਵਿੱਚ ਆਪਾਂ ਨੂੰ ਮਿਲਣੇ ਨੇ, ਉਹਨਾਂ ਨੇ ਵੈਲਕਮ ਕਰਨਾ ਸਾਨੂੰ, ਜੈ ਜੈਕਾਰ ਕਰਕੇ ਸਾਨੂੰ ਵੈਲਕਮ ਕਰਨਾ। ਇਹਦੇ ਬਾਰੇ ਮੈਂ ਹਾਲੇ ਬਹੁਤਾ ਐਕਸਪਲੇਨ ਨਹੀਂ ਕਰਨਾ, ਕਿਉਂਕਿ ਇਹ ਤੇ ਸ਼ਬਦ ਨੇ, ਆਪਾਂ ਉੱਤੇ ਟਾਈਮ ਲਾਵਾਂਗੇ। ਇਹ ਦੁਨਿਆਵੀ ਜੈ ਜੈਕਾਰ ਨਹੀਂ ਹੈ। ਦੁਨਿਆਵੀ ਜੈ ਜੈਕਾਰ ਤੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਵੀ ਨੇਮ ਐਂਡ ਫੇਮ ਤੁਹਾਨੂੰ ਬਰਬਾਦ ਕਰ ਦਿੰਦਾ, ਹਉਮੈ ਦਾ ਹੰਕਾਰ ਐਸਾ ਚੜ੍ਹਦਾ ਤੁਹਾਡੇ, ਸਾਰਾ ਮਲੀਆ ਮੇਟ ਤੁਹਾਡੀ ਜੋ ਕਮਾਈ ਦਾ ਹੁੰਦਾ ਉਹ ਖਤਮ ਕਰਕੇ ਰੱਖ। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਤਾਂ ਜੈ ਜੈ ਕਰੇ ਸਭ ਕੋਈ। ਭੱਪੇ ਨੂੰ ਔਂਕੜ ਹੈ। ਇਹ ਜਿਹੜੇ ਸਭ ਨੇ, ਇਹ ਜਿਹੜੀ ਸੰਗਤ ਹੈ, ਇਹ ਖਾਸ ਹੈ, ਇਹ ਆਤਮਿਕ ਲੈਵਲ ਦੀ ਸੰਗਤ ਹੈ। ਉਹ ਕਿਸ ਤਰ੍ਹਾਂ ਦੀ ਸੰਗਤ ਹੈ? ਉਹਨਾਂ ਦਾ ਮਨ ਕਿਸ ਤਰ੍ਹਾਂ ਦਾ? ਮੇਰਾ ਮਨ ਐਸੀ ਭਗਤ ਉਹਨਾਂ ਦੇ ਮਨ ਦੇ ਵਿੱਚ ਹੈ, ਉਸ ਭਗਤ ਦੀ ਬਰਕਤ ਦੇ ਨਾਲ ਉਹ ਸਾਰਿਆਂ ਦੀ, ਜਿਨ੍ਹਾਂ ਨੇ ਜੈ ਜੈਕਾਰ ਕਰਨੀ ਹੈ, ਅਕਾਲ ਪੁਰਖ ਨਾਲ ਬਣੀ ਹੋਈ ਹੈ, ਉਹ ਸਾਰਿਆਂ ਦੀ ਆ ਅਵਸਥਾ ਹੈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਏ। ਆ ਅਵਸਥਾ ਦੇ ਮਾਲਕ ਨੇ ਸਾਰੇ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ, ਸਾਡੇ ਸਾਰਿਆਂ ਦੀ ਇਹ ਅਵਸਥਾ ਆਵੇ, ਇੰਨਾ ਪਿਆਰ, ਇੰਨੀ ਪ੍ਰੀਤੀ ਸਾਡੀ ਨਾਮ ਦੇ ਨਾਲ ਬਣੇ, ਅਸੀਂ ਵਾਂਝੇ ਰਹਿ ਗਏ ਇਹਦੇ ਤੋਂ। ਐਸਾ ਜਿਹੜਾ ਸਬੱਬ ਬਣਿਆ, ਐਸਾ ਕਾਲ ਦਾ ਜਿਹੜਾ ਚੱਕਰ ਚੱਲਿਆ, ਅਸੀਂ ਫੇਰ ਮੁੜ ਕੇ ਗਿਣਤੀ ਮਿਣਤੀ ਦੇ ਪਾਠਾਂ 'ਚ ਆ ਗਏ, ਕਰਮ ਕਾਂਡਾਂ 'ਚ ਪੈ ਗਏ, ਤੀਰਥ ਯਾਤਰਾ ਦੇ ਜੰਜਾਲ 'ਚ ਫਸ ਗਏ ਵੀ ਜੇ ਅਸੀਂ ਨਾ ਗਏ ਤੇ ਪਤਾ ਨਹੀਂ ਕੀ ਹੋ ਜਾਣਾ। ਇਹ ਗੁਰਬਾਣੀ ਨੇ ਸਾਰੇ ਵਹਿਮ ਭਰਮ ਕੱਢੇ ਨੇ, ਸਾਰਾ ਕੁਝ ਸਾਫ਼ ਕਰਕੇ ਰੱਖਤਾ ਗੁਰਬਾਣੀ ਨੇ। ਕਈ ਵਾਰੀ ਲੱਗੂਗਾ ਵੀ ਹੈ ਇਹ ਕਿੱਦਾਂ ਦੀਆਂ ਗੱਲਾਂ ਨੇ, ਪਰ ਇਹ ਸਾਰਾ ਕੁਝ ਬ੍ਰਹਮ ਗਿਆਨ ਦੇ ਵਿੱਚ ਹੀ ਲਿਖਿਆ, ਇਨਕਾਰ ਨਹੀਂ ਕੀਤਾ ਜਾ ਸਕਦਾ। ਹਰ ਨਾਮ ਸੰਭਾਲੇ ਸੇ ਵਡਭਾਗੀ। ਜਿਹੜੇ ਨਾਮ ਜਪ ਜਪ ਕੇ ਧਿਆਨ ਦੇ ਵਿੱਚ ਪਹੁੰਚੇ ਨੇ, ਧਿਆਨ ਲਾ ਕੇ ਜਿਹੜੇ ਸਿਮਰਨ ਦੇ ਵਿੱਚ ਪਹੁੰਚੇ ਨੇ, ਸਿਮਰਨ ਦੇ ਵਿੱਚ ਰਹਿ ਕੇ ਜਿਹੜੇ ਸੰਭਾਲਣ ਦੇ ਵਿੱਚ ਪਹੁੰਚੇ ਨੇ, ਹਰ ਨਾਮ ਸੰਭਾਲੇ ਸੇ ਵਡਭਾਗੀ। ਸੱਚਾ ਸ਼ਬਦ, ਸੱਚਾ ਸ਼ਬਦ ਦੇ ਜ਼ਰੀਏ ਆਪੇ ਮਿਲਾਏ, ਅਕਾਲ ਪੁਰਖ ਆਪ ਮਿਲਦਾ ਉਹਨੂੰ, ਸਤ ਸੰਗਤ ਤੇ ਸੱਚ ਗੁਣ ਗਾਵਣਿਆ। ਉਹ ਜਿਹੜੀ ਇਲਾਹੀ ਸੰਗਤ ਹੈ, ਜਿਹੜੀ ਇਲਾਹੀ ਸੰਗਤ ਹੈ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਰ ਮਹਾਬਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹਿ, ਤਾਂ ਕੇ ਰੂਪ ਨਾ ਕੱਤੇ ਜਾਏ, ਨਾ ਉਹ ਮਰੇ न ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਏ। ਇਹੋ ਸੰਗਤ ਦੀ ਗੱਲ ਕੀਤੀ ਆ, ਉੱਥੇ ਜੈ ਜੈਕਾਰ ਹੋਣੀ ਆ। ਉਹਨਾਂ ਨੇ ਵੈਲਕਮ ਕਰਨਾ ਤਾਂ ਜੈ ਜੈਕਾਰ ਕਰਕੇ। ਜਿਹੜੀ ਅਸਲ ਸਾਧ ਸੰਗਤ ਹੈ, ਸਾਧੂ ਦੀ ਸੰਗਤ ਹੈ, ਉਹ ਬਾਹਰਲੀ ਜਿਹੜੀ ਕੇਵਲ ਸੰਗਤ ਹੈ, ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਸੰਗਤ ਕਰਨ ਵਾਸਤੇ ਜਾਂਦੇ ਹਾਂ, ਉਹ ਸਾਧ ਸੰਗਤ ਨਹੀਂ। ਗੁਰਬਾਣੀ ਦੇ ਲਫ਼ਜ਼ਾਂ ਨੂੰ, ਗੁਰਬਾਣੀ ਦੇ ਅਰਥਾਂ ਨੂੰ ਅਸੀਂ ਬਹੁਤ ਵਿਚਾਰ ਕਰਕੇ, ਬੜੇ ਧਿਆਨ ਦੇ ਨਾਲ ਅਸੀਂ ਲਫ਼ਜ਼ ਉਹ ਜਿਹੜੇ ਹੈ ਉਹ ਲਾਉਣੇ ਨੇ। ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ। ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਪਾਵੈ ਕੋਈ। ਗੁਰੂ ਦੇ ਜ਼ਰੀਏ ਕਿਰਪਾ ਇਹ ਅਵਸਥਾ ਪ੍ਰਾਪਤ ਹੋਣੀ ਹੈ। ਸੋ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸ਼ਬਦ ਦੀ ਵਿਚਾਰ, ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਔਰ ਸਾਨੂੰ ਆਪਣੇ ਦਰੋਂ ਘਰੋਂ ਨਾਮਦਾਨ ਦੀ ਦਾਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।